ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਾਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆ। बहुत बहुत शुक्रिया रंधावा जी। ਭਾਸਕਰ ਸਾਹਿਬ, ਇਸ ਸਮੇਂ ਦੀ ਬੜੀ ਵੱਡੀ ਖਬਰ ਆ ਰਹੀ ਆ ਕਿ ਯੂਪੀਐਸਸੀ ਵੱਲੋਂ 3 ਨਾਵਾਂ ਦਾ ਪੈਨਲ ਪੰਜਾਬ ਸਰਕਾਰ ਨੂੰ ਨਵਾਂ ਡੀਜੀਪੀ ਲਾਉਣ ਲਈ ਭੇਜਤਾ ਗਿਆ ਔਰ ਫੋਰਚੂਨੇਟਲੀ ਇਹ ਪਤਾ ਨਹੀਂ ਸਰਕਾਰ ਲਈ ਕੀ ਹੈ, ਮੌਜੂਦਾ ਡੀਜੀਪੀ ਸਿਧਾਰਥ ਚੱਟੋਪਾਧਿਆਏ ਇੱਕ ਵਾਰੀ ਫਿਰ ਉਹਨਾਂ ਨੂੰ ਜਾਣਾ ਹੋਵੇਗਾ ਔਰ ਇਹ ਦੂਜੀ ਵਾਰ ਹੋਊਗਾ ਇਸ ਸਰਕਾਰ ਦੇ ਵਿੱਚ। ਲਗਭਗ ਤੀਜੀ ਵਾਰੀ ਦਿਨਕਰ ਗੁਪਤਾ ਤੋਂ ਬਾਅਦ ਜਿਹੜੇ ਇਕਬਾਲਪ੍ਰੀਤ ਸਿੰਘ ਸੋਹਤਾ ਆਉਂਦੇ ਆ, ਉਸ ਤੋਂ ਬਾਅਦ ਸਿਧਾਰਥ ਚੱਟੋਪਾਧਿਆਏ ਸਾਹਿਬ ਨੂੰ ਲਾਇਆ ਜਾਂਦਾ ਹੈ। ਹੁਣ ਤੀਜਾ ਇੱਕ ਪੈਨਲ ਫਿਰ ਆਇਆ ਹੈ ਔਰ ਸਰਕਾਰ ਕੋਲ ਕੋਈ ਬਹੁਤੀਆਂ ਆਪਸ਼ਨਸ ਵੀ ਨਹੀਂ ਬਚੀਆਂ। ਮੈਂ ਜ਼ਰੂਰ ਜ਼ਿਕਰ ਕਰਦਿਆਂ ਕਿ ਇਹ ਪੈਨਲ ਦੇ ਵਿੱਚ 3 ਨਾਂ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਸਾਬਕਾ ਡੀਜੀਪੀ ਦਿਨਕਰ ਗੁਪਤਾ ਔਰ ਜਿਹੜੇ SIT ਬਣਾਈ ਗਈ ਸੀਗੀ ਬੇਅਦਬੀ ਮਾਮਲਿਆਂ 'ਚ, ਉਹਦੇ ਹੈੱਡ ਪ੍ਰਬੋਧ ਕੁਮਾਰ ਔਰ ਤੀਜੇ ਵਰੇਸ਼ ਭਾਵਰਾ। ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਕਿ ਵਰੇਸ਼ ਭਾਵਰਾ 2012 ਔਰ 17 ਦੇ ਵਿੱਚ IG ਇਲੈਕਸ਼ਨਸ ਸੀਗੇ, ਇਲੈਕਸ਼ਨ ਕਰਾਉਣ ਦੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਸੀਗੀ। ਜਿੱਥੋਂ ਤੱਕ ਪ੍ਰਬੋਧ ਕੁਮਾਰ ਔਰ ਵਰੇਸ਼ ਭਾਵਰਾ ਦੀ ਗੱਲ ਆ, ਉਹਦੇ ਵਿੱਚ ਸਰਕਾਰ ਕੋਲ ਜ਼ਿਆਦਾ ਆਪਸ਼ਨ ਨਹੀਂ ਹੋਣਗੀਆਂ। ਔਰ ਜੇ ਵਰੇਸ਼ ਭਾਵਰਾ ਦੀ ਗੱਲ ਕਰੀਏ ਤੇ ਉਹ ਪ੍ਰਬੋਧ ਕੁਮਾਰ ਨਾਲੋਂ ਸ਼ਾਇਦ ਸੀਨੀਅਰ ਵੀ ਨੇ, ਉਹਨਾਂ ਨੂੰ ਇਲੈਕਸ਼ਨਸ ਦਾ ਤਜਰਬਾ ਵੀ ਆ। ਔਰ ਜਿੱਥੋਂ ਪ੍ਰਬੋਧ ਕੁਮਾਰ ਦਾ ਮਾਮਲਾ ਹੈ, ਇਸ ਚੀਜ਼ ਨੂੰ ਲੈ ਕੇ ਕਿ SIT ਦੇ ਵਿੱਚ ਉਹ ਅੰਦਰ ਬਾਹਰ ਹੁੰਦੇ ਰਹੇ ਜਾਂ ਉਹਨਾਂ SIT ਛੱਡੀ ਸੀ, ਹੁਣ ਸਰਕਾਰ ਨੇ ਦੇਖਣਾ ਹੈ ਕਿ ਉਹ ਕਿਹੜੇ ਵਿਅਕਤੀ ਨੂੰ ਬਤੌਰ DGP ਅੱਗੇ ਵਧਾਉਂਦੀ ਆ। ਭਾਸਕਰ ਸਾਹਿਬ, ਇਸ ਗੱਲ ਤੇ ਜਾਣਦੇ ਆ, ਲੇਕਿਨ ਇਹਦੇ ਨਾਲ ਨਾਲ ਸਭ ਤੋਂ ਅਹਿਮ ਸਵਾਲ ਕਿ ਕੀ ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਸਾਹਮਣੇ ਦਿਸਣ ਵਾਲਾ ਇਕੱਠ, ਮਤਲਬ ਲੋਕਾਂ ਦੀ ਗਿਣਤੀ, ਤੇ ਦੂਜੇ ਬੰਨੇ ਸੰਗਤ ਦਾ ਉਤਸ਼ਾਹ। ਸੰਗਤ ਮੈਂ ਤਾਂ ਕਹਿਣਾ ਕਿ ਪੰਜਾਬ ਦਾ ਕਲਚਰ ਹੈ, ਜਿੱਥੇ ਜ਼ਿਆਦਾ ਲੋਕ ਇਕੱਠੇ ਹੁੰਦੇ ਆ ਉਹਨਾਂ ਨੂੰ ਸੰਗਤ ਕਹਿ ਲਿਆ ਜਾਂਦਾ ਸਿੱਖੀ ਦੇ ਵਿੱਚ। ਤੇ ਪੰਜਾਬ ਨੂੰ ਬਹੁਗਿਣਤੀ ਦੇ ਨਜ਼ਰੀਏ ਤੋਂ ਇਵੇਂ ਪ੍ਰਭਾਸ਼ਿਤ ਕਰਨਾ ਕੋਈ ਬੁਰੀ ਗੱਲ ਨਹੀਂ, ਹਾਲਾਂਕਿ ਮੈਂ ਇਹ ਸ਼ਬਦ ਬਹੁਤਾ ਜਾਇਜ਼ ਨਹੀਂ ਵਰਤਿਆ। ਜਿਹੜੇ ਲੋਕ ਉੱਥੇ ਇਕੱਠੇ ਹੋਣਗੇ ਉਹਨਾਂ ਦੀ ਮਨੋਸਥਿਤੀ ਕੀ ਹੋਊਗੀ? ਕੀ ਪ੍ਰਧਾਨ ਮੰਤਰੀ ਦੀ ਇਸ ਗੇੜੀ ਤੋਂ ਬਾਅਦ ਫੈਸਲਾ ਕੌਣ ਹੋਏਗਾ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਸਮੇਂ ਸਿਰ ਹੋਣਗੀਆਂ ਜਾਂ ਅੱਗੇ ਜਾਣਗੀਆਂ? ਕੀ ਕਰੋਨਾ ਦੇ ਇਸ ਦੌਰ ਦੇ ਵਿੱਚ ਇਹ ਤੀਜੀ ਲਹਿਰ ਦੇ ਮਾਮਲੇ 'ਚ ਭਾਸਕਰ ਸਾਹਿਬ, ਜਿਵੇਂ ਅੱਜ ਸਰਕਾਰ ਨੇ ਕੁਝ ਨਵੀਆਂ ਹਦਾਇਤਾਂ 'ਚ ਸਕੂਲ ਬੰਦ ਕਰਤੇ ਆ ਔਰ ਕੁਝ ਕਰਫਿਊ ਦੀ ਗੱਲ ਆਈ ਆ, ਕੀ ਇਹਨਾਂ ਸੂਬਿਆਂ ਦੇ ਵਿੱਚ ਇਲੈਕਸ਼ਨ ਪੋਸਟਪੋਨ ਹੋ ਸਕਦੀ ਹੈ ਜੇ ਪ੍ਰਧਾਨ ਮੰਤਰੀ ਨੂੰ ਬਹੁਤਾ ਜਚਿਆ ਨਾ ਕੱਲ ਦਾ ਇਕੱਠ ਜਾਂ ਉਤਸ਼ਾਹ ਲੋਕਾਂ ਦਾ? ਤੇ ਤੀਜੀ ਗੱਲ, ਭਗਵੰਤ ਸਿੰਘ ਮਾਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨਜ਼ਰੀਓਂ ਰੌਲਾ ਪੈ ਗਿਆ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਤਾ ਜਾਊਗਾ। ਅਸੀਂ 2 ਹਫ਼ਤੇ ਪਹਿਲਾਂ ਇਹ ਗੱਲ ਕੀਤੀ ਸੀ ਔਰ ਪਰਸੋਂ ਵੀ ਇਹ ਗੱਲ ਕੀਤੀ ਸੀਗੀ। ਇੱਕ ਵਾਰੀ ਫਿਰ ਉੱਤੇ ਮੋਹਰ ਲੱਗਦੀ ਨਜ਼ਰ ਆਉਂਦੀ ਆ, ਲੇਕਿਨ ਅਜੇ ਤੁਹਾਨੂੰ ਵੀ ਪਤਾ ਹੈ ਕਿ ਆਖਰੀ ਮੂਵਮੈਂਟ ਤੱਕ ਕੁਝ ਵੀ ਵਾਪਰ ਸਕਦਾ, ਕਿਉਂਕਿ ਰਾਜੇਵਾਲ ਅਜੇ ਵੀ ਵਿੱਚ ਫਸੇ ਹੋਏ ਆ, ਅਜੇ ਵੀ ਗੱਲਬਾਤ ਚੱਲਦੀ ਹੋਣ ਦਾ ਦਮ ਭਰਿਆ ਜਾ ਰਿਹਾ, ਅਜੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਸੀਟਾਂ ਦੀ ਰੱਦੋ ਬਦਲ ਦੀ ਗੱਲ ਵੀ ਚੱਲ ਰਹੀ ਆ। ਭਾਵੇਂ ਕੇਜਰੀਵਾਲ ਮਨ ਬਣਾ ਚੁੱਕੇ ਆ ਕੈਂਡੀਡੇਟਸ ਨਾਲ ਬਹੁਤ ਪੱਧਰਾਂ ਤੇ ਗੱਲਬਾਤ ਤੋਂ ਬਾਅਦ ਫੀਡਬੈਕ ਲੈ ਕੇ ਭਗਵੰਤ ਮਾਨ ਨੂੰ ਚਿਹਰਾ ਬਣਾਉਣ ਦੀ, ਲੇਕਿਨ ਕਿਤੇ ਨਾ ਕਿਤੇ ਅਜੇ ਵੀ ਇਸ ਗੱਲ ਦਾ ਸੰਸਾ ਹੈ ਜਿੰਨਾ ਚਿਰ ਅਨਾਉਂਸਮੈਂਟ ਨਹੀਂ ਹੁੰਦੀ ਕਿ ਕੀ ਵਾਪਰਦਾ। ਸਭ ਤੋਂ ਪਹਿਲਾਂ ਮੈਂ ਮੁੜ ਕੇ ਆਵਾਂ, ਅੱਜ ਦਿੱਲੀ ਦੇ ਵਿੱਚ ਕਾਂਗਰਸੀ ਵੀ ਬੈਠੇ ਹੋਏ ਆ, ਕੀ ਕਰਨ ਗਏ ਆ, ਇਹਦੇ ਤੇ ਵੀ ਗੱਲ ਕਰਾਂਗੇ। ਭਾਸਕਰ ਸਾਹਿਬ, ਮੈਨੂੰ ਦੱਸਿਓ, ਇੱਕ ਵਾਰੀ ਪੰਜਾਬ ਨੂੰ ਮੁੜ ਕੇ ਨਵਾਂ DGP ਮਿਲਣ ਜਾ ਰਿਹਾ, ਨਵੇਂ DGP ਦੇ ਪੰਜਾਬ ਦੇ ਨਜ਼ਰੀਓਂ ਕੀ ਅਰਥ ਆ, ਪੰਜਾਬ ਸਰਕਾਰ ਦੇ ਨਜ਼ਰੀਓਂ ਕੀ ਅਰਥ ਆ, ਆਉਂਦੀ ਇਲੈਕਸ਼ਨ ਦੇ ਨਜ਼ਰੀਓਂ ਕੀ ਅਰਥ ਆ, ਔਰ ਜਿਹੜਾ ਪੈਨਲ ਸਾਹਮਣੇ ਆਇਆ ਤੁਹਾਨੂੰ ਲੱਗਦਾ ਨਜ਼ਰੀਆ ਕੀ ਹੈ? ਰੰਧਾਵਾ ਜੀ, ਪੰਜਾਬ ਦੇ ਵਿੱਚ DGP ਦੀ ਨਿਯੁਕਤੀ ਨੂੰ ਲੈ ਕੇ ਤੁਹਾਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ, ਉਹਨਾਂ ਦੇ ਵਿੱਚ ਇੱਕ ਰਫੜ ਜਿਹਾ ਪਿਆ ਹੋਇਆ ਸੀਗਾ। ਸਹੋਤਾ ਸਾਹਿਬ ਨੂੰ DGP ਲਾਇਆ ਗਿਆ ਸੀਗਾ। ਜਿਸ ਦਿਨ ਉਹਨਾਂ ਨੂੰ DGP ਲਾਇਆ ਗਿਆ, ਉਸ ਤੋਂ ਬਾਅਦ ਸਿੱਧੂ ਉਹਨਾਂ ਦਾ ਅਸਤੀਫੇ ਤੋਂ ਬਾਅਦ ਸਹੋਤਾ ਉਹਨਾਂ ਦਾ ਹਾਲ ਹੀ 'ਚ ਚੇਂਜ ਕਰਨਾ, ਹੋਰ ਚੇਂਜ ਕਰਨ ਤੋਂ ਬਾਅਦ ਚੱਟੋਪਾਧਿਆਏ ਉਹਨਾਂ ਨੂੰ DGP ਲਾਇਆ ਗਿਆ। ਫਿਰ ਮਜੀਠੀਆ ਉਹਨਾਂ ਦੇ ਖਿਲਾਫ ਇੱਕ FIR ਦਰਜ ਹੁੰਦੀ ਹੈ। ਚੱਟੋਪਾਧਿਆਏ ਉਹਨਾਂ ਦਾ ਇਸ ਪੈਨਲ ਦੇ ਵਿੱਚ ਨਾਂ ਨਹੀਂ ਹੋਏਗਾ, ਇਹ ਗੱਲ ਤਕਰੀਬਨ ਤੈਅ ਸੀਗੀ, ਕਿਉਂਕਿ 23 ਸਤੰਬਰ ਨੂੰ ਜਿਹੜਾ ਲੈਟਰ ਭੇਜਿਆ ਗਿਆ ਸੀ, ਜੇ ਉਸ ਲੈਟਰ ਦੇ ਉੱਤੇ ਇਹ ਪੈਨਲ ਬਣਦਾ ਤੇ ਫਿਰ ਮੰਨਿਆ ਜਾਂਦਾ ਕਿ ਵੀ ਚੱਟੋਪਾਧਿਆਏ ਉਹਨਾਂ ਦਾ ਨਾਮ ਸੀਗਾ। ਪਰ 4 ਅਕਤੂਬਰ ਤੱਕ ਦਿਨਕਰ ਗੁਪਤਾ ਉਹਨਾਂ DGP ਸੀਗੇ ਔਰ ਉਸ ਦੌਰਾਨ ਅਗਰ ਉਸ ਡੇਟ ਨੂੰ ਲੈ ਕੇ ਚੱਲੀਏ ਤੇ ਚੱਟੋਪਾਧਿਆਏ ਉਹਨਾਂ ਦਾ ਉਹਨਾਂ ਟਾਈਮ ਨਹੀਂ ਬਚਦਾ ਸੀਗਾ, ਕਿਉਂਕਿ ਨਵੇਂ DGP ਵਾਸਤੇ ਘੱਟ ਤੋਂ ਘੱਟ 6 ਮਹੀਨੇ ਦਾ ਟਾਈਮ ਉਹਨਾਂ ਦੀ ਸਰਵਿਸ ਦੇ ਵਿੱਚ ਹੋਣਾ ਉਹ ਲਾਜ਼ਮੀ ਸੀਗਾ। ਪਰ ਅੱਜ ਉਹ ਪੈਨਲ ਆ ਗਿਆ, ਜਿਸ ਪੈਨਲ ਦੀ ਬੜੇ ਟਾਈਮ ਤੋਂ ਇੰਤਜ਼ਾਰ ਸੀਗੀ।
ਕੁਝ ਗਲਤੀਆਂ ਵੀ ਕੀਤੀ ਗਈ ਜਾਣਬੁੱਝ ਕੇ, ਜਿਹਨੂੰ ਆਪਾਂ ਕਹੀਏ ਕਿ ਵੀ ਕੋਈ ਸਪੈਲਿੰਗ ਮਿਸਟੇਕ ਹੋ ਗਈ, ਕਈਆਂ ਦੀ ਡੇਟ ਆਫ ਜੁਆਇਨਿੰਗ ਗਲਤ ਲਿਖੀ ਗਈ। ਪਰ ਅੱਜ ਉਹ ਜਿਹੜਾ ਪੈਨਲ ਆਇਆ ਉਹਦੇ ਵਿੱਚ ਦਿਨਕਰ ਗੁਪਤਾ ਉਹਨਾਂ ਦਾ ਨਾਂ ਹੈਗਾ, ਔਰ ਪ੍ਰਬੋਧ ਕੁਮਾਰ ਉਹਨਾਂ ਦਾ ਨਾਂ ਹੈਗਾ, ਔਰ ਤੀਜਾ ਹੈਗਾ ਆਪਣੇ ਭਾਵਰਾ ਸਾਹਿਬ ਦਾ। ਹੁਣ ਇਹਨਾਂ ਤਿੰਨਾਂ ਦੀ ਗੱਲ ਕਰੀਏ ਤੇ ਕਿਹਾ ਜਾਂਦਾ ਸੀਗਾ ਕਿ IPS ਜਿਹੜੇ ਸਹੋਤਾ ਸਾਹਿਬ ਸੀਗੇ ਉਹਨਾਂ ਦਾ ਵੀ ਨਾਂ ਇਸ ਪੈਨਲ ਦੇ ਵਿੱਚ ਐਕਸਪੈਕਟਡ ਸੀਗਾ, ਔਰ ਮੁੜ ਕੇ ਉਹਨਾਂ ਨੂੰ ਵੀ DGP ਲਾਇਆ ਜਾ ਸਕਦਾ ਸੀਗਾ, ਪਰ ਉਹਨਾਂ ਦਾ ਨਾਂ ਇਸ ਪੈਨਲ ਦੇ ਵਿੱਚ ਨਾ ਹੋਣਾ ਇਹ ਆਪਣੇ ਆਪ ਵਿੱਚ ਸਰਦਾਰ ਚੰਨੀ ਉਹਨਾਂ ਨੇ ਕੋਈ ਵਾਅਦਾ ਕੀਤਾ ਹੋਏ ਸ਼ਾਇਦ ਸਹੋਤਾ ਸਾਹਿਬ ਨੂੰ, ਤੇ ਉਸ ਵਾਅਦੇ ਨੂੰ ਪੂਰਾ ਕਰਨਾ ਉਹਨਾਂ ਵਾਸਤੇ ਕਾਮਯਾਬ ਜਾਂ ਉਹਨਾਂ ਵਾਸਤੇ ਜਿਹੜਾ ਮੁਮਕਿਨ ਨਹੀਂ ਹੋ ਪਾਏਗਾ। ਇਹਨਾਂ ਤਿੰਨਾਂ ਨਾਂ ਵਿੱਚੋਂ ਅਗਰ ਗੱਲ ਦਿਨਕਰ ਗੁਪਤਾ ਉਹਨਾਂ ਦੀ ਕਰੀਏ ਤੇ ਦਿਨਕਰ ਗੁਪਤਾ ਉਹਨਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ ਵਿੱਚ DGP ਸੀਗੇ, ਔਰ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਕੋਡ ਲੱਗ ਸਕਦਾ ਹੈ, ਉਸ ਕੋਡ ਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਪ੍ਰੈਰੋਗੇਟਿਵ ਹੁੰਦਾ ਹੈ, ਉਹ ਕਿਸੇ ਨੂੰ ਵੀ DGP ਲਾ ਸਕਦੇ ਨੇ। ਪਿਛਲੇ ਦਿਨੋਂ ਏਦਾਂ ਖਬਰਾਂ ਚੱਲਦੀ ਰਹੀਆਂ ਕਿ ਦਿਨਕਰ ਗੁਪਤਾ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਵੀ ਚੂਜ਼ ਕਰ ਸਕਦਾ ਹੈ ਬਤੌਰ DGP ਫੇਅਰ ਐਂਡ ਜਿਹੜਾ ਇਲੈਕਸ਼ਨ ਕਰਾਉਣ ਵਾਸਤੇ, ਫਿਰ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ। ਪਰ ਚਲੋ ਹੁਣ ਨਾਂ ਆ ਗਿਆ, ਇਹਨਾਂ ਤਿੰਨਾਂ ਨਾਂ ਚੋਂ ਜ਼ਿਆਦਾ ਐਕਸਪੈਕਟਡ ਨਾਂ ਉਹ ਭਾਵਰਾ ਸਾਹਿਬ ਦਾ ਲੱਗਦਾ ਹੈ, ਕਿਉਂਕਿ ਉਹਨਾਂ ਦੇ ਨਾਂ ਤੇ ਕੋਈ ਕੰਟਰੋਵਰਸੀ ਨਹੀਂ ਹੈਗੀ। ਦਿਨਕਰ ਗੁਪਤਾ ਉਹਨਾਂ ਜਾਂ ਫਿਰ ਉਹ ਜਿਹੜੇ ਦੂਜੇ ਹੈਗੇ ਆ ਆਪਣੇ ਪ੍ਰਬੋਧ ਕੁਮਾਰ ਜੀ, ਪ੍ਰਬੋਧ ਕੁਮਾਰ ਉਹਨਾਂ ਦੇ ਨਾਂ ਤੇ ਵੱਖ-ਵੱਖ ਟਾਈਮ ਦੇ ਵਿੱਚ ਕੁਝ ਕੰਟਰੋਵਰਸੀਆਂ ਵੀ ਰਹੀਆਂ, ਪਰ ਚਲੋ ਇਹ ਤੇ ਹੁਣ ਸਰਕਾਰ ਦਾ ਪ੍ਰੈਰੋਗੇਟਿਵ ਹੈ। ਨਹੀਂ ਭਾਸਕਰ ਸਾਹਿਬ ਇੱਕ ਪਹਿਲੂ ਹੋਰ ਵੀ ਹੈ ਨਾ ਕਿ ਜਦੋਂ ਅਸੀਂ ਦਿਨਕਰ ਗੁਪਤਾ ਦਾ ਨਾਂ ਲੈਂਦੇ ਆ ਤਾਂ ਨੋ ਡਾਊਟ ਕਿ ਉਹਨਾਂ ਦੀਆਂ ਨਜ਼ਦੀਕੀਆਂ ਕੇਂਦਰ ਦੇ ਵਿੱਚ ਹੈਗੀਆਂ, ਇਸ ਗੱਲ ਨੂੰ ਮੰਨਿਆ ਜਾਣਾ ਚਾਹੀਦਾ। ਔਰ ਜਦੋਂ ਇਲੈਕਸ਼ਨ ਦੇ ਵਿੱਚ ਜੇ ਕਿਧਰੇ ਇਹ ਫੈਸਲਾ ਹੁੰਦਾ, ਚੋਣ ਜਾਬਤਾ ਲੱਗਣ ਤੋਂ ਬਾਅਦ ਜੇ ਕਿਧਰੇ ਇਹ ਫੈਸਲਾ ਚੋਣ ਕਮਿਸ਼ਨ ਵੱਲੋਂ ਕੀਤਾ ਜਾਣਾ ਹੁੰਦਾ ਤਾਂ ਸ਼ਾਇਦ ਦਿਨਕਰ ਗੁਪਤਾ ਹੀ ਉਹਨਾਂ ਦੀ ਪਹਿਲੀ ਪਸੰਦ ਹੁੰਦੇ, ਕਿਉਂਕਿ ਹੁਣ ਇਹ ਇਸੇ ਸਰਕਾਰ ਦੇ ਦਰਮਿਆਨ ਚ ਫੈਸਲਾ ਕੁਨ ਹੋ ਗਿਆ ਇਸ ਪੈਨਲ ਦਾ ਆਉਣਾ, ਔਰ ਇਹਦੇ ਵਿੱਚੋਂ ਤਿੰਨਾਂ ਨਾਵਾਂ ਚੋਂ ਕਿਉਂਕਿ ਪੰਜਾਬ ਸਰਕਾਰ ਕੋਲ ਇਹ ਉਹਨਾਂ ਦੀ ਡਿਸਕ੍ਰਿਸ਼ਨ ਹੈ ਕਿ ਉਹ ਕਿਸੇ ਨੂੰ ਵੀ ਚੂਜ਼ ਕਰਨ, ਤਾਂ ਮੈਨੂੰ ਇੰਝ ਲੱਗਦਾ ਹੈ ਕਿ ਦਿਨਕਰ ਗੁਪਤਾ ਕਿਉਂਕਿ ਇਸੇ ਸਰਕਾਰ ਨੇ ਤਬਦੀਲ ਕੀਤੇ ਨੇ, ਚੰਨੀ ਗਵਰਨਮੈਂਟ ਆਉਣ ਤੋਂ ਬਾਅਦ ਉਹ ਬਦਲੇ ਗਏ ਆ, ਉਹਨਾਂ ਦੀ ਆਪਸ਼ਨ ਤਾਂ ਅਸੀਂ ਪਾਸੇ ਰੱਖ ਕੇ ਚੱਲੀਏ ਕਿ ਉਹਨਾਂ ਨੂੰ ਦੁਬਾਰਾ ਸ਼ਾਇਦ ਨਹੀਂ ਲਾਇਆ ਜਾਊਗਾ, ਕਿਉਂਕਿ ਉਹ ਕੈਪਟਨ, ਜਿਵੇਂ ਤੁਸੀਂ ਦੱਸਿਆ ਕਿ ਕੈਪਟਨ ਅਮਰਿੰਦਰ ਦੇ ਬਹੁਤ ਨੇੜੇ, ਮੈਨੂੰ ਨਹੀਂ ਪਤਾ ਉਹਨਾਂ ਦੇ ਚੰਨੀ ਸਾਹਿਬ ਨਾਲ ਸੰਬੰਧ ਸਿਖਾਵੇਂ ਆ ਕਿ ਨਹੀਂ, ਸੁਖਜਿੰਦਰ ਸਿੰਘ ਰੰਧਾਵਾ ਨਾਲ ਉਹ ਕਿਵੇਂ ਵਿਚਰਦੇ ਆ, ਸਿੱਧੂ ਨਾਲ ਉਹਨਾਂ ਦੀ ਇਕੁਏਸ਼ਨ ਤਾਂ ਹੋਊਗੀ ਨਹੀਂ, ਡੈਫੀਨੇਟਲੀ ਉਹ ਅਮਰਿੰਦਰ ਨਾਲ ਨੇ। ਤੀਜੀ ਗੱਲ ਇਹ ਆ ਕਿ ਬਾਕੀ ਬਚੇ ਦੋਵਾਂ ਦੇ ਵਿੱਚੋਂ ਇਸ ਵੇਲੇ ਗਵਰਨਮੈਂਟ ਕਿਹਨਾਂ ਨੂੰ ਚੂਜ਼ ਕਰਦੀ ਆ, ਇਹ ਬੜਾ ਦਿਲਚਸਪ ਆ, ਔਰ ਇਸ ਦਿਲਚਸਪੀ ਦੇ ਵਿੱਚ ਕੀ ਚੋਣ ਕਮਿਸ਼ਨ ਦਾ ਕੋਈ ਭੂਮਿਕਾ ਹੋ ਸਕਦੀ ਹੈ, ਕੰਸਲਟੈਂਸੀ ਜਾਂ ਕੋਈ ਇਸ ਤਰ੍ਹਾਂ ਦੀ ਗੱਲ, ਇੱਕ ਦੂਜੇ ਨਾਲ ਕੰਸਲਟ ਕਰਨ ਵਾਲੀ ਗੱਲ, ਮੈਨੂੰ ਨਹੀਂ ਪਤਾ। ਲੇਕਿਨ ਤੁਸੀਂ ਠੀਕ ਕਹਿ ਰਹੇ ਹੋ ਕਿ ਇਹਨਾਂ ਦੋਵਾਂ ਨਾਵਾਂ ਚੋਂ ਹੀ ਚੂਜ਼ ਕੀਤਾ ਜਾਣਾ ਹੈ, ਤੇ ਕਿਉਂਕਿ ਵਰੇਸ਼ ਭਾਵਰਾ ਜਿਹੜੇ ਆ ਥੋੜੇ ਸੀਨੀਅਰ ਨੇ, ਦੂਜੇ ਬੰਨੇ ਉਹਨਾਂ ਕੋਲ ਚੋਣ ਕਰਾਉਣ ਦਾ ਤਜਰਬਾ ਵੀ ਆ, ਤੀਜੇ ਬੰਨੇ ਉਹਨਾਂ ਨਾਲ ਬਹੁਤੀ ਕੋਈ ਕੰਟਰੋਵਰਸੀ ਜੁੜਦੀ ਨਹੀਂ, ਜੇ ਜੁੜਦੀ ਹੋਵੇ ਤਾਂ ਸਾਨੂੰ ਪਤਾ ਨਹੀਂ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਰਾਹ ਇਸ ਤਰ੍ਹਾਂ ਹੀ ਅੱਗੇ ਵੱਧਦਾ ਹੈ, ਕੋਈ ਟਿੱਪਣੀ ਨਹੀਂ ਤੇ ਫਿਰ ਅੱਗੇ ਵਧੀਏ, ਕੀ ਕਹਿੰਦੇ ਹੋ? ਦੇਖੋ, ਕੋਡ ਲੱਗਣ ਤੋਂ ਪਹਿਲੇ ਸਰਕਾਰ ਇਹਨਾਂ ਤਿੰਨਾਂ ਨਾਂ ਵਿੱਚੋਂ ਕੋਈ ਵੀ ਇੱਕ ਨਾਂ ਡਿਸਾਈਡ ਕਰ ਸਕਦੀ ਹੈ, ਪਰ ਫਿਰ ਵੀ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਕੋਲ ਇੱਕ ਰਾਈਟ ਹੁੰਦਾ ਹੈ, ਉਹ ਸਰਕਾਰ ਨੇ ਜਿਹੜੇ ਵੀ ਅਫਸਰ ਲਾਏ ਨੇ, ਭਾਵੇਂ DGP ਦੇ ਪਦ ਤੇ ਜਾਂ ਫਿਰ ਚੀਫ ਸੈਕਟਰੀ ਦੇ ਪੋਸਟ ਤੇ, ਉਹਨਾਂ ਨੂੰ ਬਦਲਣ ਦਾ ਅਧਿਕਾਰ ਚੋਣ ਕਮਿਸ਼ਨ ਕੋਲ ਹੁੰਦਾ ਹੈ, ਤੇ ਉਹ ਆਪਣੇ ਇਸ ਅਧਿਕਾਰ ਨੂੰ ਯੂਜ਼ ਕਰਕੇ ਕਿਸੇ ਦਾ ਵੀ ਨਾਂ ਅੱਗੇ ਲੈ ਕੇ ਜਾ ਸਕਦੇ ਨੇ। ਪਰ ਚਲੋ ਅੱਗੇ ਚੱਲ ਕੇ ਕੀ ਹੁੰਦਾ ਹੈ ਤੇ ਆਪਾਂ ਬਾਅਦ ਚੋਂ ਦੇਖਾਂਗੇ। ਪਰ ਫਿਲਹਾਲ ਇਹਨਾਂ ਤਿੰਨਾਂ ਨਾਮ ਦੇ ਵਿੱਚੋਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਭਾਵਰਾ ਸਾਹਿਬ ਦੀ ਚਾਂਸਸ ਦੀ ਗੱਲ ਕਰੀਏ ਤੇ ਉਹ ਸਭ ਤੋਂ ਜ਼ਿਆਦਾ ਹੈਗੇ ਹੈ। ਹੁਣ ਸਰਕਾਰ ਦਾ 1-2 ਦਿਨਾਂ ਦੇ ਉੱਤੇ ਇਸ ਮੁੱਦੇ ਤੇ ਡਿਸੀਜਨ ਆ ਜਾਣਾ ਹੈ, ਕੌਣ ਨਵਾਂ DGP ਬਣੇਗਾ, ਔਰ ਚੱਲਦੇ ਹੋਏ ਜਿਹੜੇ ਕੇਸਿਸ ਹੈਗੇ ਆ, ਖਾਸ ਕਰਕੇ ਮਜੀਠੀਆ ਉਹਨਾਂ ਦੇ ਖਿਲਾਫ FIR, ਉਸ ਦੇ ਉੱਤੇ ਉਹਨਾਂ ਦਾ ਕੀ ਰੁਖ ਹੁੰਦਾ ਹੈ, ਕਿਉਂਕਿ ਚਟੋਪਾਧਿਆ ਦੇ ਲਏ ਜਾਣ ਤੋਂ ਬਾਅਦ ਇਹ ਚੀਜ਼ ਪਹਿਲੇ ਹੀ ਐਕਸਪੈਕਟਡ ਸੀਗੀ ਕਿ ਇੱਦਾਂ ਦੀ FIR ਦਰਜ ਹੋ ਸਕਦੀ ਹੈ, ਜਿਹੜੀ ਸਹੋਤਾ ਸਾਹਿਬ ਨੇ ਨਹੀਂ ਕੀਤੀ ਸੀਗੀ। ਹੁਣ ਚਟੋਪਾਧਿਆ ਸਾਹਿਬ ਨੇ ਕਰਤੀ, ਪਰ ਉਹ ਹੁਣ DGP ਦੇ ਪਦ ਤੇ ਨਹੀਂ ਰਹਿ ਸਕਦੇ। ਨਵੇਂ DGP ਜਿਹੜੇ ਆਣਗੇ ਉਹ ਇਸ ਮੁੱਦੇ ਤੇ ਕੀ ਸਟੈਂਡ ਲੈਂਦੇ ਆ, ਇਸ ਮੁੱਦੇ ਦੇ ਉੱਤੇ ਵੀ ਸਰਕਾਰ ਦੀ ਵੀ ਔਰ ਲੋਕਾਂ ਦੀ ਵੀ ਨਜ਼ਰ ਰਹੇਗੀ। ਕੱਲ ਬੇਲ ਐਪਲੀਕੇਸ਼ਨ, ਜਿਹੜੀ ਐਂਟੀਸਿਪੇਟਰੀ ਬੇਲ ਐਪਲੀਕੇਸ਼ਨ ਦੀ ਹੀਅਰਿੰਗ ਹੈਗੀ ਹੈ ਹਾਈ ਕੋਰਟ ਦੇ ਵਿੱਚ, ਜਿਹੜੀ ਮਜੀਠੀਆ ਉਹਨਾਂ ਨੇ ਲਾਈ ਹੈ, ਉਹਦੇ ਉੱਤੇ ਵੀ ਜਿਹੜਾ ਫੈਸਲਾ ਆਏਗਾ ਜਾਂ ਉਹਦੇ ਉੱਤੇ ਵੀ ਜਿਹੜੀ ਗੱਲ ਬਣੇਗੀ ਉਹ ਵੀ ਬੜੀ ਇੰਪੋਰਟੈਂਸ ਰੱਖਦੀ ਹੈ। ਤੁਸੀਂ ਬਿਲਕੁਲ ਠੀਕ ਦਿਸ਼ਾ ਦੇ ਵਿੱਚ ਅੱਗੇ ਗੱਲ ਤੋਰੀ ਹੈ, ਕਿਉਂਕਿ ਇੱਕ ਪਹਿਲੂ ਤੁਸੀਂ ਕਿਹਾ ਕਿ ਚੋਣ ਕਮਿਸ਼ਨ ਕਿਸੇ ਨੂੰ ਬਦਲ ਸਕਦਾ ਆਪਣੇ ਨਜ਼ਰੀਏ ਤੋਂ, ਉਹਦੇ ਕੋਲ ਵੀ ਡਿਸਕ੍ਰਿਸ਼ਨਰੀ ਪਾਵਰ ਹੈ ਕਿ
ਕਿਹਨੂੰ ਨਿਰਪੱਖ ਉਹ ਦੇਖਦਾ। ਲੇਕਿਨ ਸੁਪਰੀਮ ਕੋਰਟ ਦੀਆਂ ਕੁਝ ਗਾਈਡਲਾਈਨਸ ਦੇ ਅਨੁਸਾਰ ਮੈਨੂੰ ਲੱਗਦਾ 2 ਸਾਲ ਦੀ ਘੱਟੋ ਘੱਟ ਟਰਮ ਡੀਜੀਪੀ ਲਈ ਰੱਖੀ ਗਈ ਆ। ਜਦੋਂ ਇਹ ਤਾਂ ਇੱਥੋਂ ਤੱਕ ਵੀ ਹੈ ਕਿ ਜੇ ਕਿਸੇ ਦੀ ਨਿਯੁਕਤੀ ਦੇ ਸਮੇਂ ਤੋਂ 6 ਮਹੀਨੇ ਰਹਿੰਦੇ ਆ ਤੇ ਉਹਨੂੰ 2 ਸਾਲ ਤੱਕ ਦੀ ਐਕਸਟੈਂਸ਼ਨ ਵੀ ਮਿਲ ਸਕਦੀ ਜਦੋਂ ਡੀਜੀਪੀ ਉਹ ਲੱਗ ਜਾਂਦਾ। ਖੈਰ ਇਸ ਮਾਮਲੇ 'ਚ ਚਟੋਪਾਧਿਆਏ ਸਾਹਿਬ ਬਹੁਤੇ ਜ਼ਿਆਦਾ ਲੱਕੀ ਨਹੀਂ ਰਹੇ, ਲੇਕਿਨ ਇਹ ਵੀ ਬੜੀ ਵੱਡੀ ਗੱਲ ਆ ਕਿ ਉਹ ਮਾਰਚ ਤੱਕ ਅਜੇ ਇਸ ਅਹੁਦੇ ਤੇ ਬਣੇ ਰਹਿਣੇ ਆ। ਔਰ ਕੀ ਉਹਨਾਂ ਨੂੰ ਕੋਈ ਇਸ ਤੋਂ ਇਲਾਵਾ ਵੱਖਰੀ ਪੋਸਟਿੰਗ ਜਾਂ ਉਹਨਾਂ ਦਾ ਸਟੇਟਸ ਬਹਾਲ ਰੱਖਿਆ ਜਾਂਦਾ, ਇਹ ਬੜਾ ਦਿਲਚਸਪ ਹੋਊਗਾ ਦੇਖਣਾ, ਕਿਉਂਕਿ ਉਹਨਾਂ ਨੇ ਗਵਰਨਮੈਂਟ ਲਈ ਕਾਫੀ ਉਹ ਕੰਮ ਕੀਤੇ ਆ ਜਿਹੜੇ ਕੰਮਾਂ ਲਈ ਸ਼ਾਇਦ ਗਵਰਨਮੈਂਟ ਬੜੀ ਤਤਪਰ ਸੀਗੀ, ਜਾਂ ਸਰਕਾਰ ਨੂੰ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਇਹ ਬੜੇ ਲੋੜੀਂਦੇ ਸੀਗੇ। ਹੁਣ ਇਹ ਦੇਖਣਾ ਦਿਲਚਸਪ ਹੋਊਗਾ ਕਿ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਕੇਸਾਂ ਦਾ ਕੀ ਬਣਦਾ, ਨਵੇਂ ਡੀਜੀਪੀ ਦਾ ਐਟੀਟਿਊਡ ਕੀ ਰਹਿੰਦਾ, ਪੁਲਿਸ ਫੋਰਸ ਦੇ ਵਿੱਚ ਡਿਸਪਲਿਨ ਨੂੰ ਲੈ ਕੇ, ਇਲੈਕਸ਼ਨ ਨੂੰ ਲੈ ਕੇ, ਬਦਲੀਆਂ ਨੂੰ ਲੈ ਕੇ, ਇਹ ਸਾਰੀਆਂ ਗੱਲਾਂ ਚੱਲਣਗੀਆਂ। ਲੇਕਿਨ ਆਪਾਂ ਹੁਣ ਅਗਲੇ ਮੁੱਦੇ ਵੱਲ ਵਧਦੇ ਆ। ਸਭ ਤੋਂ ਅਹਿਮ ਆ ਕੱਲ ਪ੍ਰਧਾਨ ਮੰਤਰੀ ਦੀ ਫੇਰੀ ਤੇ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਸੁਣਵਾਈ। ਹੁਣ ਤਾਂ ਸੁਣਵਾਈ ਵੀ ਵਰਚੁਅਲ ਕਹਿੰਦੇ ਜੀ ਉਹਨੂੰ ਹੋਣੀ ਹੈ। ਪਿਛਲੀ ਵਾਰੀ ਰੌਲਾ ਹੀ ਪੈ ਗਿਆ ਸੀ, ਕਹਿੰਦੇ ਜੀ ਵੱਡੇ ਵਕੀਲ ਨੇ ਦਿੱਲੀੋਂ ਕਿੱਥੋਂ ਉੱਡ ਕੇ ਆਉਣਗੇ, ਦੋਨੇ ਹੀ ਚਿਦੰਬਰਮ ਸਾਹਿਬ ਔਰ ਦੂਜੇ ਜਿਹੜੇ ਮੁਕੁਲ ਰੋਹਤਗੀ ਨੇ। ਤੇ ਗੱਲ ਇਹ ਹੋਈ ਸੀਗੀ ਕਿ ਚਲੋ ਜੱਜ ਸਾਹਿਬਾ ਕਹਿਣ ਲੱਗੇ ਨਹੀਂ ਤੁਸੀਂ ਫਿਜ਼ੀਕਲੀ ਪੇਸ਼ ਹੋਵੋ, ਤੇ ਗੱਲ 5 ਤਰੀਕ ਤੇ ਆ ਗਈ। ਤੇ ਹੁਣ ਕੁਦਰਤੀ ਇਹ ਲੱਕੀ ਰਹਿ ਗਏ, ਇਹਨਾਂ ਨੂੰ ਦਿੱਲੀੋਂ ਆਉਣਾ ਨਹੀਂ ਪਿਆ, ਆਪਣੇ ਆਪਣੇ ਕੈਮਰੇ ਮੂਹਰੇ ਬੈਠਣਗੇ, ਬਹਿਸਾਂ ਹੋਣਗੀਆਂ, ਫਿਰ ਫੈਸਲਾ ਹੋਊਗਾ। ਮਜੀਠੀਆ ਸਾਹਿਬ ਦੀ ਕਿਸਮਤ ਦਾ ਕਿ ਉਹ ਇਲੈਕਸ਼ਨ 'ਚ ਕਿਵੇਂ ਗੱਜਣਗੇ, ਇਹ ਵੀ ਵੱਡਾ ਸਵਾਲ ਆ। ਕਿ ਜਰਨੈਲੀ ਵਰਗੀ ਗੱਲ ਬੜੀ ਮਜੀਠੀਆ ਸਾਹਿਬ ਨਾਲ ਜੁੜਦੀ ਆ, ਤੇ ਕੀ ਉਹਨਾਂ ਨੂੰ ਰਾਹਤ ਮਿਲੂਗੀ ਤਾਂ ਕਿ ਉਹ ਆ ਕੇ ਫਿਰ ਮੁੜ ਕੇ ਪ੍ਰੈਸ ਕਾਨਫਰੰਸਾਂ ਤੇ ਬਾਕੀ ਅੱਗੇ ਵੱਧ ਸਕਣ ਜਾਂ ਇਨਵੈਸਟੀਗੇਸ਼ਨ ਜੁਆਇਨ ਕਰਨੇ। ਬੜੀਆਂ ਚੀਜ਼ਾਂ ਅੱਗੇ ਦੇਖਣ ਵਾਲੀਆਂ, ਪਰ ਪ੍ਰਧਾਨ ਮੰਤਰੀ ਦੀ ਗੇੜੀ ਆ ਤੈਮਾ। ਅੱਜ ਜਦੋਂ ਕਰੋਨਾ ਨੂੰ ਲੈ ਕੇ ਸਟੇਟ ਦੇ ਵਿੱਚ ਕੁਝ ਨਵੀਆਂ ਗਾਈਡਲਾਈਨਸ ਆਈਆਂ, ਰਾਤ ਦਾ ਕਰਫਿਊ ਸ਼ੁਰੂ ਹੋ ਗਿਆ, ਸਕੂਲ ਕਾਲਜ ਯੂਨੀਵਰਸਿਟੀਜ਼ ਬੰਦ ਹੋ ਗਈਆਂ ਔਰ ਹੋਰ ਕਾਫੀ ਹਦਾਇਤਾਂ ਨੇ, ਉਸੇ ਵੇਲੇ ਪ੍ਰਧਾਨ ਮੰਤਰੀ ਦੇ ਸਾਹਮਣੇ ਬੈਠੇ ਲੋਕਾਂ ਦਾ ਐਟੀਟਿਊਡ ਤੇ ਲੋਕਾਂ ਦਾ ਉਤਸ਼ਾਹ ਤੇ ਪ੍ਰਧਾਨ ਮੰਤਰੀ ਦੀ ਨਜ਼ਰ, ਇਹ ਵੀ ਦੇਖਣ ਵਾਲੀ ਹੋਊਗੀ ਕਿ ਪੰਜਾਬ 'ਚ ਇਲੈਕਸ਼ਨਸ ਸਮੇਂ ਸਿਰ ਹੋਣਗੀਆਂ ਕਿ ਨਹੀਂ। ਕਰੋਨਾ ਵਰਗਾ ਬਹਾਨਾ ਬਹੁਤ ਸਿਰ ਤੇ ਖੜਾ ਹੈ। ਤੀਜੀ ਲਹਿਰ ਦੇ ਵਿੱਚ ਡਰ ਵੀ ਬੜਾ ਪੈਦਾ ਕੀਤਾ ਜਾ ਰਿਹਾ। ਪੰਜਾਬ ਦੀ ਇਲੈਕਸ਼ਨ ਦਾ ਕੱਲ ਫੈਸਲਾ ਕੁਨ ਦਿਨ ਹੋਵੇਗਾ। ਪ੍ਰਧਾਨ ਮੰਤਰੀ ਨੇ ਜਿਹੜੀਆਂ ਅਨਾਉਂਸਮੈਂਟਸ ਕਰਨ ਵਾਲਾ ਇੱਕ ਪੱਤਰ ਜਾਰੀ ਹੋਇਆ, ਇੱਕ ਪ੍ਰੈਸ ਨੋਟ ਜਾਰੀ ਹੋਇਆ, ਉਹ ਤਾਂ ਉਹੀ ਨੇ ਜਿਹੜੀਆਂ ਸਾਨੂੰ ਬਹੁਤ ਪਹਿਲਾਂ ਦਾ ਪਤਾ, ਕੋਈ ਤਾਂ ਸਾਲ ਪੁਰਾਣੀਆਂ ਨੇ ਜਿਵੇਂ ਐਕਸਪ੍ਰੈਸ ਵੇ ਆ। ਲੇਕਿਨ ਮੈਨੂੰ ਹੁਣ ਦੱਸੋ ਭਾਸਕਰ ਸਾਹਿਬ ਕਿ ਨਵਾਂ ਵੀ ਕੁਝ ਹੋਣ ਵਾਲਾ ਜਾਂ ਫਿਰ ਇਲੈਕਸ਼ਨ ਤੁਸੀਂ ਦੇਖਦੇ ਹੋ ਸਮੇਂ ਸਿਰ ਹੋ ਜਾਊ ਕਿ ਨਹੀਂ ਹੋ ਜਾਊ? ਦੇਖੋ, ਕੁਝ ਨਵਾਂ ਹੋ ਸਕਦਾ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਾਫੀ ਦਿਨਾਂ ਤੋਂ ਕੁਝ ਗੱਲਾਂ ਚੱਲ ਰਹੀ ਸੀਗੀ। ਭਾਵੇਂ ਉਹ ਟੈਕਸ ਹੋਲੀਡੇ ਦੀ ਗੱਲ ਹੋਏ, ਜਿਹੜੀ ਗਵਾਂਢੀ ਸੂਬਿਆਂ ਦੇ ਵਿੱਚ ਆਲਰੇਡੀ ਭਾਜਪਾ ਦੇ ਰੂਲ ਵਿੱਚ ਹੀ ਜਦ ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਹੁੰਦੇ ਸੀਗੇ ਤੇ ਗਵਾਂਢੀ ਸੂਬਿਆਂ ਨੂੰ ਇੱਕ ਟੈਕਸ ਹੋਲੀਡੇ ਦਾ ਇਨਸੈਂਟਿਵ ਮਿਲਿਆ ਸੀਗਾ। ਉਮੀਦ ਸੀਗੀ ਕਿ ਪੰਜਾਬ ਨੂੰ ਵੀ ਉਹ ਮਿਲੇਗਾ। ਔਰ ਦੂਜਾ ਜਿਹੜਾ ਅੱਜ ਬਾਦਲ ਸਾਹਿਬ ਨੇ ਵੀ ਇੱਕ ਵਾਰ ਹੋਰ ਮੰਗ ਕੀਤੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏ, ਉਹਦੇ ਉੱਤੇ ਮੋਦੀ ਉਹਨਾਂ ਦਾ ਕੀ ਰੁਖ ਹੁੰਦਾ ਹੈ, ਇਹ ਵੀ ਇੱਕ ਬੜੀ ਦੇਖਣ ਵਾਲੀ ਗੱਲ ਹੈਗੀ ਹੈ। ਗੱਲ ਤੇ ਅੱਗੇ ਤੁਰੀ ਹੈ। ਅੱਛਾ ਭਾਸਕਰ ਸਾਹਿਬ, ਮੇਰਾ ਨਹੀਂ ਖਿਆਲ ਕਿ ਮੋਦੀ ਰਿਸਕ ਲੈਣਗੇ। ਯੂਟੀ ਦੇ ਲੋਕ, ਹਰਿਆਣੇ ਦੇ ਵਿੱਚ ਵੀ ਇਲੈਕਸ਼ਨਸ ਨੇ, ਔਰ ਜੇਕਰ ਕਿਧਰੇ ਇਸ ਮੌਕੇ ਦੇ ਉੱਤੇ ਕੋਈ ਐਸੀ ਅਨਾਉਂਸਮੈਂਟ ਹੁੰਦੀ ਆ ਤੇ ਚੌਟਾਲਾ ਪਰਿਵਾਰ ਦਾ ਫਰਜ਼ੰਦ ਜਿਹੜਾ ਡਿਪਟੀ ਸੀਐਮ ਹੈ ਉਹ ਵੀ ਬਾਹਰ ਆ ਸਕਦਾ ਹੈ। ਹਰਿਆਣੇ ਦੇ ਵਿੱਚ ਸਰਕਾਰ ਟੁੱਟਣ ਤੱਕ ਦਾ ਖਤਰਾ ਪੈਦਾ ਹੋ ਸਕਦਾ ਹੈ ਕਿ ਭਾਜਪਾ ਪੰਜਾਬ ਦੀਆਂ ਇਲੈਕਸ਼ਨਸ ਨੂੰ ਲੈ ਕੇ ਹਰਿਆਣੇ ਨੂੰ ਦਰਕਨਾਰ ਕਰ ਰਹੀ ਆ। ਉਹ ਤਾਂ ਬਹਾਨੇ ਵੀ ਲੱਭਦੇ ਹੋ ਸਕਦੇ ਆ। ਤਾਂ ਮੈਨੂੰ ਲੱਗਦਾ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਵਰਗੀ ਗੱਲ ਕੱਲ ਸ਼ਾਇਦ ਨਾ ਵਾਪਰੇ। ਹਾਂ, ਤੁਸੀਂ ਕੁਝ ਕਹਿ ਰਹੇ ਸੀ। ਬਿਲਕੁਲ ਠੀਕ ਕਹਿ ਰਹੇ ਤੁਸੀਂ। ਸਾਨੂੰ ਵੀ ਇੱਕ ਬੜੀ ਘੱਟ ਉਮੀਦ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਨੂੰ ਕੱਲ ਦਿੱਤਾ ਜਾ ਸਕਦਾ ਹੈ। ਪਰ ਜਦ ਬਾਦਲ ਸਾਹਿਬ ਇਹ ਮੰਗ ਕਰਦੇ ਨੇ ਅੱਜ, ਤੁਹਾਨੂੰ ਯਾਦ ਹੋਏਗਾ ਜਦ ਬਾਦਲ ਸਾਹਿਬ ਆਪਣੀ ਰੈਲੀਆਂ ਦੇ ਵਿੱਚੋਂ ਰਾਮੂ ਵਾਲੀਆ ਉਹਨਾਂ ਦੀ ਗੱਲ ਕਰਦੇ ਸੀਗੇ ਤੇ ਉਹ ਇਹ ਕਹਿੰਦੇ ਸੀ ਵੀ ਰਾਮੂ ਵਾਲੀਆ ਉਹਨਾਂ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚੋਂ ਸੂਹ ਲੈਂਦੇ ਰਹੇ ਫਿਰਦੇ ਨੇ, ਔਰ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਬਈ ਕੁਝ ਹੋਣ ਵਾਲਾ ਹੈ, ਉਹ ਉਸ ਦਿਨ ਹੀ ਉਹ ਮੰਗ ਰੱਖ ਦਿੰਦੇ ਨੇ। ਮੈਨੂੰ ਇਹ ਲੱਗਦਾ ਹੈ ਕਿ ਕਿਤੇ ਬਾਦਲ ਸਾਹਿਬ ਨੇ ਵੀ ਰਾਮੂ ਵਾਲੀਆ ਵਾਲਾ ਸਟਾਈਲ ਤੇ ਨਹੀਂ ਅਪਣਾ ਲਿਆ ਕਿ ਅੱਜ ਜੋ ਚੀਜ਼ ਹੋਣ ਵਾਲੀ ਹੈ, ਕਿਉਂਕਿ ਇਹ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਕੱਲ ਏਦਾਂ ਹੋ ਸਕਦਾ ਹੈ, ਉਹ ਸਿਰਫ ਬਾਦਲ ਸਾਹਿਬ ਦੀ ਰਾਮੂ ਵਾਲੀਆ ਦੇ ਉੱਤੇ ਕੀਤੀ ਹੋਈ ਗੱਲ, ਔਰ ਉਹਨਾਂ ਦਾ ਵੀ ਅੱਜ ਇਹ ਮੰਗ ਕਰਨਾ ਅਚਾਨਕ ਦੁਬਾਰਾ, ਉਹ ਆਪਣੇ ਆਪ ਵਿੱਚ ਇੱਕ ਇੰਡੀਕੇਟ ਕਰਦਾ ਹੈ ਕਿ ਸ਼ਾਇਦ ਇਸ ਮੁੱਦੇ ਤੇ ਭਾਵੇਂ ਅਨਾਉਂਸਮੈਂਟ ਕੋਈ ਨਾ ਹੋਏ, ਪਰ ਗੱਲ ਜ਼ਰੂਰ ਕੋਈ ਨਾ ਕੋਈ ਜਿਹੜੇ ਮੋਦੀ ਉਹਨਾਂ ਹੈ ਆਪਣੀ ਸਪੀਚ ਵਿੱਚ ਸ਼ਾਇਦ ਕਹਿ ਦੇਣ। ਪਰ ਬਾਕੀ ਜਿਹੜਾ ਉਹਨਾਂ ਨੇ ਮਿੱਥਿਆ ਹੋਇਆ ਅਨਾਉਂਸਮੈਂਟਸ ਹੈਗੀਆਂ, ਉਹ ਜਿਹੜੀ 4720 ਕਰੋੜ ਦੀ ਗੱਲ ਚੱਲਦੀ ਪਈ ਹੈ, ਦਿੱਲੀ ਤੋਂ ਕਟਰਾ ਤੱਕ ਦਾ ਹਾਈਵੇ ਜਾਂ ਹੋਰ ਪੁਲ ਸੜਕਾਂ ਬਣਾਉਣ ਦੀ ਗੱਲ ਚੱਲਦੀ ਪਈ ਹੈ, ਉਹ ਤੇ ਅਨਾਉਂਸਮੈਂਟਸ ਹੋਣੀਆਂ ਹੀ ਹੋਣੀਆਂ। ਉਸ ਤੋਂ ਇਲਾਵਾ ਜਿਹੜੀ ਪੋਲੀਟੀਕਲ ਜਿਹੜੀ ਅਨਾਉਂਸਮੈਂਟਸ ਹੈਗੀਆਂ, ਜੋ ਪੰਜਾਬ, ਕਿਉਂਕਿ ਜਿੱਥੇ ਵੀ ਇਲੈਕਸ਼ਨ ਹੁੰਦਾ ਹੈ
ਉੱਥੇ ਮੋਦੀ ਹੋਣਾ ਕੁਝ ਵੱਖਰੀ ਗੱਲਾਂ ਜ਼ਰੂਰ ਕਰਦੇ ਨੇ, ਭਾਵੇਂ ਉੱਤਰਾਖੰਡ ਗਏ ਸੀ ਉਹ ਜਾਂ ਫਿਰ ਪਿਛਲੇ ਦਿਨੋਂ ਯੂਪੀ ਗਏ ਸੀਗੇ। ਉਹਦੇ ਵਿੱਚ ਪੋਲੀਟੀਕਲ ਗੱਲਾਂ ਵੀ ਉਹਨਾਂ ਨੇ ਬਹੁਤ ਸਾਰੀਆਂ ਕੀਤੀ ਸੀਗੀ। ਕਈ ਵਾਰ ਅਸੀਂ ਇਹ ਵੀ ਗੱਲ ਕਹਿੰਦੇ ਰਹੇ ਕਿ 5 ਤਰੀਕ ਨੂੰ ਸ਼ਾਇਦ ਬਹੁਤ ਸਾਰੇ ਕਾਂਗਰਸੀ ਉਹ ਭਾਜਪਾ ਦਾ ਰੁਖ ਅਪਣਾ ਸਕਦੇ ਨੇ। ਫਿਰ ਬਾਅਦ ਚੋਂ ਇਹ ਵੀ ਗੱਲਾਂ ਨਿਕਲ ਕੇ ਆਈਆਂ ਕਿ ਪ੍ਰਧਾਨ ਮੰਤਰੀ ਆਪਣੀ ਰੈਲੀ ਦੇ ਵਿੱਚ, ਆਪਣੇ ਪ੍ਰੋਗਰਾਮ ਦੇ ਵਿੱਚ, ਉਹ ਵੀ ਇਨੋਗ੍ਰੇਸ਼ਨ ਦੇ ਪ੍ਰੋਗਰਾਮ ਵਿੱਚ ਸ਼ਾਇਦ ਕੋਈ ਏਦਾਂ ਦਾ ਪ੍ਰੋਗਰਾਮ ਨਾ ਰੱਖਣ ਤੇ ਉਹ ਤਰੀਕ ਅੱਗੇ ਚਲੇਗੀ। ਹੁਣ ਕੱਲ ਐਕਚੁਅਲੀ ਕੀ ਹੁੰਦਾ ਹੈ, ਕਿੰਨਾ ਕੁ ਐਂਥੂਸੀਆਜ਼ਮ ਹੁੰਦਾ ਹੈ। ਕੋਵਿਡ ਗਾਈਡਲਾਈਨਸ ਦੇ ਵਿੱਚ ਜਦ ਦੂਜੀ ਲਹਿਰ ਸੀਗੀ ਔਰ ਵੈਸਟ ਬੰਗਾਲ ਦੇ ਵਿੱਚ ਇਲੈਕਸ਼ਨ ਸੀਗੇ ਤੇ ਪ੍ਰਧਾਨ ਮੰਤਰੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਲੋਕਾਂ ਦੁਆਰਾ ਕਿ ਉਹਨਾਂ ਨੇ ਵੀ ਕਰੋਨਾ ਫੈਲਾਉਣ ਦੇ ਵਿੱਚ ਕੋਈ ਬਹੁਤੀ ਕਸਰ ਨਹੀਂ ਛੱਡੀ, ਕਿਉਂਕਿ ਬਿਨਾਂ ਮਾਸਕ ਤੋਂ ਜਦ ਇੰਨਾ ਵੱਡਾ ਇਕੱਠ ਹੋਏਗਾ ਤੇ ਜੇ ਉਸ ਤੋਂ ਕਰੋਨਾ ਵਿਸਫੋਟ ਹੁੰਦਾ ਹੈ ਤੇ ਉਹਦੀ ਰਿਸਪੌਂਸਿਬਿਲਿਟੀ ਵੀ ਪ੍ਰਧਾਨ ਮੰਤਰੀ ਦੇ ਉੱਤੇ ਜਾ ਸਕਦੀ ਹੈ। ਹੁਣ ਪੰਜਾਬ ਦੇ ਵਿੱਚ ਇਲੈਕਸ਼ਨ ਟਾਈਮ ਤੇ ਹੋਣਗੇ ਜਾਂ ਨਹੀਂ ਹੋਣਗੇ, ਇਹਦੇ ਵਿੱਚ ਵੀ ਬੜੇ ਸਾਰੇ ਡਾਊਟਸ ਆ ਗਏ ਨੇ, ਕਿਉਂਕਿ ਜੇ ਕਰਫਿਊ ਦਾ ਹਿਸਾਬ ਕਿਤਾਬ ਹੋਰ ਵੱਧਦਾ ਹੈ, ਹਜੇ ਤੇ ਨਾਈਟ ਕਰਫਿਊ ਲੱਗਿਆ ਹੈ, ਸਕੂਲ ਕਾਲਜ ਯੂਨੀਵਰਸਿਟੀਆਂ ਬੰਦ ਹੋਈ ਹੈ ਤੇ ਹੋਰ ਕੁਝ ਹਿਦਾਇਤਾਂ ਦਿੱਤੀਆਂ ਗਈਆਂ। ਜੇ ਕਰੋਨਾ ਦੇ ਵਿੱਚ ਵਾਕਈ ਜ਼ਿਆਦਾ ਵਾਧਾ ਹੋ ਜਾਂਦਾ ਹੈ ਤੇ ਸ਼ਾਇਦ ਪੰਜਾਬ ਦੇ ਵਿੱਚ ਇਲੈਕਸ਼ਨ ਟਲ ਵੀ ਸਕਦੇ। ਤੁਸੀਂ ਜਿਹੜੀ ਗੱਲ ਮਾਸਕ ਵਾਲੀ ਕਹਿ ਰਹੇ ਹੋ, ਮੈਨੂੰ ਲੱਗਦਾ ਕਿ ਬੀਜੇਪੀ ਦੀ ਇਸ ਰੈਲੀ ਦੇ ਵਿੱਚ ਜਿੰਨੇ ਵੀ ਗੇਟ ਹੋਣਗੇ ਅੰਦਰ ਜਾਣ ਵਾਲੇ, ਉਹਨਾਂ ਤੇ ਸ਼ਾਇਦ ਮਾਸਕ ਵੀ ਵੰਡੇ ਜਾਣਗੇ। ਉਹਨਾਂ ਨੂੰ ਵੀ ਇਹ ਪਤਾ ਹੈ ਕਿ ਇhtiyਾਤ ਨਾਲ ਹੀ ਚੱਲਣਾ ਪੈਣਾ। ਪ੍ਰਧਾਨ ਮੰਤਰੀ ਦੀ ਇਮੇਜ ਦਾ ਸਵਾਲ ਹੈ। ਇੱਕ ਹੋਰ ਗੱਲ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਉਹਦੇ 'ਚ ਦੋ ਪਹਿਲੂ ਜਿਹੜੇ ਮੈਨੂੰ ਬੜੇ ਦਿਲਚਸਪ ਲੱਗ ਰਹੇ ਆ। ਇੱਕ ਤਾਂ ਇਹ ਕਿ ਪੰਜਾਬ ਦੇ ਖੇਤੀ ਸੈਕਟਰ ਨੂੰ ਲੈ ਕੇ ਕੁਝ ਗੱਲਾਂ ਪ੍ਰਧਾਨ ਮੰਤਰੀ ਜ਼ਰੂਰ ਕਰਨਗੇ। ਕਰਜ਼ਿਆਂ ਨੂੰ ਲੈ ਕੇ ਉਹ ਕੋਈ ਰੋਡ ਮੈਪ ਜ਼ਰੂਰ ਦੇ ਸਕਦੇ ਆ, ਜਿਹੜਾ ਕ੍ਰੌਪ ਡਾਇਵਰਸਿਫਿਕੇਸ਼ਨ ਨੂੰ ਲੈ ਕੇ ਗੱਲ ਕਰ ਸਕਦੇ ਆ। ਲੇਕਿਨ ਤੀਜੀ ਗੱਲ ਕਿ ਹੋ ਸਕਦਾ ਹੈ ਕਿ ਪੰਜਾਬ ਦੀ ਇੰਡਸਟਰੀ ਨੂੰ ਜਿਹੜਾ ਉਹ ਪੈਕੇਜ ਗੁਆਂਢੀ ਸੂਬਿਆਂ ਵਾਲਾ ਹੈ, ਉਹਦੇ ਉੱਤੇ ਵੀ ਕੋਈ ਸੰਕੇਤਕ ਗੱਲ ਕਰ ਜਾਣ। ਅਨਾਉਂਸਮੈਂਟਸ ਭਾਵੇਂ ਵੱਡੀਆਂ ਨਾ ਵੀ ਹੋਣ, ਮੈਨੂੰ ਇੱਕ ਇੰਜ ਵੀ ਲੱਗਦਾ ਹੈ ਕਿ ਹੋ ਸਕਦਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਔਰ ਕੈਪਟਨ ਅਮਰਿੰਦਰ ਸਿੰਘ ਜੇ ਪਹਿਲਾਂ ਬੋਲਦੇ ਆ ਤਾਂ ਉਹਨਾਂ ਕੋਲੋਂ ਕੋਈ ਡਿਮਾਂਡ ਵੀ ਲੈ ਲਈ ਜਾਵੇ ਮੌਕੇ ਤੇ, ਜਾਂ ਉਹਨਾਂ ਨੂੰ ਪਹਿਲਾਂ ਹੀ ਇਹ ਪ੍ਰੈਪਰੇਸ਼ਨ ਦੇ ਦਿੱਤੀ ਜਾਵੇ ਕਿ ਤੁਸੀਂ ਕੱਲ ਇਹ ਮੰਗ ਰੱਖਿਓ ਤੇ ਮੋਦੀ ਸਾਹਿਬ ਮੰਨਣਗੇ ਤਾਂ ਕਿ ਤੁਹਾਡਾ ਵੀ ਵਜਕਾ ਬਣਿਆ ਰਹੇ। ਹੋ ਸਕਦਾ ਕਿ ਭਾਜਪਾ ਦਾ ਵੀ ਕੋਈ ਲੀਡਰ, ਭਾਵੇਂ ਪ੍ਰਦੇਸ਼ ਪ੍ਰਧਾਨ ਹੀ ਕਿਉਂ ਨਾ ਹੋਵੇ, ਉਹ ਵੀ ਕੁਝ ਮੰਗ ਰੱਖੇ ਤੇ ਮੋਦੀ ਸਾਹਿਬ ਕਹਿਣ ਕਿ ਸਾਡੇ ਅਸ਼ਵਨੀ ਸ਼ਰਮਾ ਜੀ ਨੇ ਇਹ ਗੱਲ ਕਹੀ ਆ। ਇਹ ਚੀਜ਼ਾਂ ਹੋ ਸਕਦੀਆਂ, ਕੁਝ ਵੀ ਸੰਭਾਵਨਾਵਾਂ ਹੈਗੀਆਂ। ਪਰ ਇਹ ਵੀ ਬੜੀ ਵੱਡੀ ਸੰਭਾਵਨਾ ਹੈ ਕਿ ਕੱਲ ਦੇ ਇਕੱਠ ਤੋਂ ਵੀ ਫੈਸਲਾ ਹੋਊਗਾ ਕਿ ਇਲੈਕਸ਼ਨ ਜਿਹੜੀ ਆ ਬੀਜੇਪੀ ਨੂੰ ਵਾਰਾ ਖਾਂਦੀ ਆ ਕਿ ਨਹੀਂ। ਇਹ ਵੀ ਬੜਾ ਅਹਿਮ ਆ। ਉਤੋਂ ਵੀ ਅਗਲੀ ਦਿਲਚਸਪ ਗੱਲ, ਹਾਲਾਂਕਿ ਮੈਂ ਉਹ ਦਿਲਚਸਪ ਗੱਲ ਜਿਹੜੀ ਭਗਵੰਤ ਮਾਨ ਨਾਲ ਜੁੜਦੀ ਉੱਤੇ ਜਾਣ ਤੋਂ ਪਹਿਲਾਂ, ਜਿਹਦਾ ਸਾਰਾ ਦਿਨ ਹੀ ਰੌਲਾ ਚੱਲਦਾ ਰਿਹਾ, ਜਿਹਦੇ ਬਾਰੇ ਅਸੀਂ ਪਹਿਲਾਂ ਬਹੁਤ ਗੱਲਾਂ ਕੀਤੀਆਂ ਹੋਈਆਂ, ਮੈਂ ਇਹਦੇ ਉੱਤੇ ਜ਼ਰੂਰ ਜਾਣਾ ਚਾਹੂੰਗਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਮਾਮਲੇ 'ਚ ਕੱਲ ਵੱਡੇ ਵਕੀਲਾਂ ਦੇ ਆਪਸੀ ਸਿੰਘ ਫਸਣੇ ਨੇ। ਬਹਿਸਾਂ ਦੇ ਮਾਮਲੇ 'ਚ, ਤੱਥ ਦੇ ਮਾਮਲੇ 'ਚ, ਤੇ ਜਿਸ ਤਰੀਕੇ ਨਾਲ ਵੀ ਕੇਸ ਨੂੰ ਅੱਗੇ ਵਧਾਇਆ ਜਾਣਾ, ਇੱਕ ਧਿਰ ਕਹੂਗੀ ਜ਼ਮਾਨਤ ਨਹੀਂ ਦਿਓ, ਦੂਜੀ ਕਹੂਗੀ ਜ਼ਮਾਨਤ, ਪੋਲੀਟੀਕਲ ਵੰਡੈਟਾ ਦਿਓ ਹੀ ਦਿਓ। ਤੁਹਾਡਾ ਵੈਸੇ ਨੁਕਤਾ ਨਜ਼ਰ ਕੀ ਹੈ ਤੇ ਇਹ ਦੱਸੋ। ਫਿਰ ਚੱਲਦੇ ਆ ਭਗਵੰਤ ਸਿੰਘ ਮਾਨ ਤੇ। ਸੁਣਿਆ ਉਹਨਾਂ ਨੇ ਵੀ ਆਪਣੇ ਰੰਗ ਰੂਪ ਥੋੜੇ ਬਦਲ ਲਿਆ। ਉਹਨਾਂ ਦੀਆਂ ਰੈਲੀਆਂ ਦੇ ਵਿੱਚ ਉਹ ਜਿਹੜਾ ਸਟਾਈਲ ਆ, ਅੰਦਾਜ਼ੇ ਬਿਆਨ ਹੈ, ਉਹ ਜ਼ਰਾ ਅੱਗੇ ਨਾਲੋਂ ਉਤਸ਼ਾਹੀ ਹੋ ਗਿਆ, ਅੱਗੇ ਨਾਲੋਂ ਜੋਸ਼ ਵੱਧ ਗਿਆ। ਮੈਨੂੰ ਲੱਗਦਾ ਕੁਝ ਹੋਣ ਵਾਲਾ ਹੈ, ਲੇਕਿਨ ਜਿੰਨਾ ਚਿਰ ਬੁਰਕੀ ਮੂੰਹ 'ਚ ਨਹੀਂ ਜਾਂਦੀ ਉਹਨਾਂ ਚਿਰ ਡਾਊਟ ਬਣੇ ਰਹਿੰਦੇ ਆ। ਪਹਿਲਾਂ ਮੈਨੂੰ ਮਜੀਠੀਆ ਵਾਲੀ ਗੱਲ ਦੱਸਿਓ ਸਰ। ਮਜੀਠੀਆ ਉਹਨਾਂ ਦੇ ਖਿਲਾਫ ਜਿਹੜਾ ਕੇਸ ਕੀਤਾ ਗਿਆ ਹੈ, ਭਾਵੇਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇਹ ਬੜਾ ਕਮਜ਼ੋਰ ਕੇਸ ਹੈ, ਕਿਉਂਕਿ ਉਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਕਿ ਜਿੰਨਾ ਵੀ ਇਨਵੈਸਟੀਗੇਸ਼ਨ ਦੇ ਉੱਤੇ ਇਹ ਕੇਸ ਕੀਤਾ ਗਿਆ ਉਹ ਸਾਰੀ ਈਡੀ ਦੀ ਕੀਤੀ ਹੋਈ ਹੈ। ਸਵਾਲ ਤੇ ਇਹ ਵੀ ਪੈਦਾ ਹੁੰਦਾ ਹੈ ਕਿ ਜੇ ਈਡੀ ਦੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਪੁਲਿਸ ਕੋਈ ਕੇਸ ਕਰ ਰਹੀ ਹੈ ਤੇ ਈਡੀ ਨੇ ਇਹ ਕੇਸ ਆਪਣੇ ਡਿਪਾਰਟਮੈਂਟ ਦੇ ਵਿੱਚ ਮਜੀਠੀਆ ਦੇ ਖਿਲਾਫ ਕਿਉਂ ਨਹੀਂ ਕੀਤਾ? ਕੀ ਉਹ ਵੈਲਿਡ ਰੀਜ਼ਨ ਨਹੀਂ ਸੀ? ਔਰ ਪੰਜਾਬ ਪੁਲਿਸ ਨੇ ਉਸ ਈਡੀ ਦੀ ਰਿਪੋਰਟ ਦੇ ਉੱਤੇ ਐਕਟ ਕਰਦੇ ਹੋਏ, ਭਾਵੇਂ ਉਸ ਰਿਪੋਰਟ ਨੂੰ ਐਸਟੀਐਫ ਨੇ ਇੱਕ 2 ਪੈਰੇ ਐਡ ਕਰਕੇ ਜਿਹੜੀ ਅੱਗੇ ਪੇਸ਼ ਕੀਤੀ ਸੀਗੀ, ਉਹਦੇ ਉੱਤੇ ਐਕਸ਼ਨ ਹੋਇਆ। ਬਹਿਸ ਦਾ ਦੌਰ ਤੇ ਚੱਲੇਗਾ। ਕਾਨੂੰਨੀ ਮਾਹਿਰ ਇਹ ਕਹਿੰਦੇ ਨੇ ਕਿ ਜੋ ਧਾਰਾਵਾਂ ਲਾਈ ਗਈ ਹੈ ਉਹਦੇ ਵਿੱਚ ਬੇਲ ਸੌਖੀ ਮਿਲਦੀ ਨਹੀਂ। ਦੂਜੇ ਪਾਸੇ ਕੁਝ ਕਾਨੂੰਨੀ ਮਾਹਿਰ ਇਹ ਵੀ ਕਹਿੰਦੇ ਨੇ ਕਿ ਜਿਸ ਕੇਸ ਦੇ ਵਿੱਚ FIR ਦਰਜ ਹੋਈ ਹੈ, ਭੋਲੇ ਵਾਲਾ ਕੇਸ, ਉਹ ਤੇ ਪਹਿਲੇ ਹੀ ਸੈਟਲ ਹੋ ਚੁੱਕਿਆ। ਔਰ ਜਿਹੜਾ ਕੇਸ ਪਹਿਲੇ ਸੈਟਲ ਹੋ ਗਿਆ, ਆਰੋਪੀ ਨੂੰ ਜਾਂ ਮੁਜਰਿਮ ਨੂੰ ਕਨਵਿਕਸ਼ਨ ਹੋਣ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਇੱਕ ਦੁਬਾਰਾ FIR ਕੋਈ ਦਰਜ ਹੋਏ, ਉਹਦੇ ਪਿੱਛੇ ਤਾਂ ਕਰਕੇ ਕਿਹਾ ਜਾਂਦਾ ਹੈ ਕਿ ਵੀ ਇਹ FIR ਕਮਜ਼ੋਰ ਹੈ। ਚਲੋ ਇਹ ਸਾਰੇ ਗੱਲਾਂ ਤੇ ਕਾਨੂੰਨੀ ਪੱਖ ਹੈਗੇ ਆ।
ਕੱਲ ਅਦਾਲਤ ਵਿੱਚ ਰੱਖੇ ਜਾਣਗੇ, ਉਹਦੇ ਵਿੱਚ ਕਾਰਵਾਈ ਹੋਏਗੀ। ਮੈਨੂੰ ਲੱਗਦਾ ਨਹੀਂ ਕਿ ਕੱਲ ਕੋਈ ਅਗਰਿਮ ਜ਼ਮਾਨਤ ਦੇ ਉੱਤੋਂ ਕੋਈ ਫੈਸਲਾ ਆ ਜਾਏਗਾ। ਉਹ 2-4 ਦਿਨ ਬਹਿਸ ਤੋਂ ਬਾਅਦ, ਇਹ ਤਕਰੀਬਨ ਉਸ ਤੋਂ ਬਾਅਦ ਜਾ ਕੇ ਅਦਾਲਤਾਂ ਇਸ ਤਰ੍ਹਾਂ ਦੇ ਫੈਸਲੇ ਨੂੰ ਸੁਰੱਖਿਅਤ ਰੱਖਦੀਆਂ ਹੁੰਦੀਆਂ ਔਰ ਫਿਰ ਉਸ ਤੋਂ ਬਾਅਦ ਇਹ ਫੈਸਲਾ ਸੁਣਾਉਂਦੇ ਨੇ। ਪਰ ਚਲੋ ਕੱਲ ਇੱਕ ਪ੍ਰਕਿਰਿਆ ਸ਼ੁਰੂ ਹੋਏਗੀ। ਅਗਰਿਮ ਜ਼ਮਾਨਤ ਕੱਲ ਹੁੰਦੀ ਹੈ ਜਾਂ 3-4 ਦਿਨ ਬਾਅਦ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ, ਇਹ ਤੇ ਕਾਨੂੰਨੀ ਮਾਹਿਰ ਆਪਸ ਦੇ ਵਿੱਚ ਬਹਿਸ ਕਰਕੇ ਜੱਜ ਨੂੰ ਕਿੰਨਾ ਕੁ ਕਨਵਿੰਸ ਕਰ ਪਾਉਂਦੇ ਆ, ਇਹਦੇ ਉੱਤੇ ਡਿਪੈਂਡ ਕਰਦਾ। ਕਈ ਵਾਰੀ VVIP ਮਾਮਲਿਆਂ 'ਚ ਫੈਸਲੇ ਉਸੇ ਦਿਨ ਸ਼ਾਮ ਨੂੰ ਵੀ ਆ ਜਾਂਦੇ ਆ, ਕਿਉਂਕਿ ਬਹਿਸਾਂ ਜਦੋਂ ਹੁੰਦੀਆਂ ਨੇ ਤਾਂ ਕਾਫੀ ਕੁਝ ਤੈਅ ਹੁੰਦਾ। ਕਿਸੇ ਦਿਨ ਇਹ ਰਾਖਵੇਂ ਹੋ ਕੇ ਦੇਰ ਰਾਤ ਨੂੰ ਆਉਂਦੇ ਆ ਫੈਸਲੇ, ਕਈ ਵਾਰੀ ਇਹ ਰਾਖਵੇਂ ਹੋ ਕੇ 1 ਜਾਂ 2 ਦਿਨ ਬਾਅਦ ਵੀ ਆਉਂਦੇ ਆ। ਇਹ ਤਾਂ ਅਦਾਲਤ ਤੇ ਨਿਰਭਰ ਹੈ ਕਿ ਉਹ ਇਹਨੂੰ ਕਿਵੇਂ ਲੈਂਦੇ ਆ, ਔਰ ਉਹਨਾਂ ਦਾ ਇਹ ਆਪਣਾ ਆਜ਼ਾਦਾਨਾ ਹੱਕ ਹੈ, ਔਰ ਉਹ ਇੱਕ ਸੁਪਰੀਮ ਬਾਡੀਜ਼ ਹੁੰਦੀਆਂ ਨੇ। ਮੈਂ ਜ਼ਰੂਰ ਜਾਊਂਗਾ ਭਗਵੰਤ ਸਿੰਘ ਮਾਨ ਤੇ, ਦੱਸਿਓ ਤਾਂ ਜ਼ਰਾ ਐਤਕੀ ਬੁਰਕੀ ਮੂੰਹ ਤੱਕ ਜਾਊ ਜਾਂ ਬਸ ਐਵੇਂ ਦੂਰੋਂ ਦੇ ਸਵਾਦ ਹੀ ਨੇ, ਕਿਉਂਕਿ ਰੌਲਾ ਤੇ ਅੱਜ ਸਵੇਰ ਦਾ ਪਿਆ। ਤੁਸੀਂ 8 ਤਰੀਕ ਨਿਰਧਾਰਿਤ ਕਰਤੀ ਸੀ ਕਈ ਦਿਨ ਪਹਿਲਾਂ, ਤੁਸੀਂ ਦੂਜਾ ਹਫ਼ਤਾ ਕਿਹਾ ਸੀਗਾ ਜਨਵਰੀ ਦਾ, ਤੇ ਗੱਲ ਉੱਥੇ ਕਿ ਜਿਹੀ ਆ ਕੇ ਫਸ ਗਈ ਆ। ਮੈਨੂੰ ਇੰਝ ਲੱਗਦਾ ਐਤਕੀ ਬਹੁਤੇ ਬਦਲ ਬਚੇ ਨਹੀਂ। ਹਾਲਾਂਕਿ ਕੇਜਰੀਵਾਲ ਦੇ ਟੀਮ ਦੀ ਰਾਜੇਵਾਲ ਸਾਹਿਬ ਨਾਲ ਗੱਲ ਅਜੇ ਮੁੱਕੀ ਨਹੀਂ, ਗੱਲ ਤੁਰਦੀ ਆ। ਲੇਕਿਨ ਮੈਨੂੰ ਜਿਹੜੀ ਇਹ ਖਬਰ 4 ਚੁਫੇਰਿਓਂ ਮਿਲੀ ਆ ਉਹ ਇਹੀ ਹੈ ਕਿ ਭਗਵੰਤ ਮਾਨ ਨੂੰ ਲੈ ਕੇ ਕੇਜਰੀਵਾਲ ਨੇ ਹਰ ਪੱਧਰ ਤੇ ਰਾਏ ਕਰ ਲਈ ਆ, ਔਰ ਉਹ ਇਹ ਵੀ ਸਮਝਦੇ ਆ ਕਿ ਜ਼ਿਆਦਤੀ ਬੜੀ ਹੋਈ ਬੰਦੇ ਨਾਲ, ਹੁਣ ਘੋੜੀ ਚੜਾ ਲਿਆ ਜਾਵੇ। ਪਰ ਭਗਵੰਤ ਮਾਨ ਵਾਕਈ ਜਾਨ ਮਾਰੀ ਹੋਈ ਆ ਬੰਦੇ ਨੇ ਪਾਰਟੀ ਲਈ। ਪਿਛਲੇ ਸਮੇਂ 'ਚ ਉਤਸ਼ਾਹ ਵੀ ਘਟਿਆ, ਪਿਛਲੇ ਸਮੇਂ 'ਚ ਨਿਰਾਸ਼ਾ ਵੀ ਉਹਨਾਂ ਦੇ ਚਿਹਰੇ ਤੋਂ ਦਿਸੀ। ਪਰ ਜੇ ਆਖਰ ਇਹ ਚਿਹਰਾ ਅਨਾਉਂਸ ਕਰਤਾ ਜਾਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਤੇ ਵਰਕਰਸ ਦੇ ਨਜ਼ਰੀਏ ਤੋਂ ਤੇ 8-7 ਸਾਲਾਂ ਦੀ ਤਪੱਸਿਆ ਦੇ ਨਜ਼ਰੀਏ ਤੋਂ ਭਗਵੰਤ ਨੂੰ ਤਾਂ ਫਲ ਮਿਲ ਜੂ, ਪਰ ਕੀ ਭਗਵੰਤ ਦੇ ਨਾਂ ਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤ ਜਾਣਗੇ? ਇਹ ਵੀ ਸਵਾਲ ਬਣਿਆ ਰਹੂਗਾ। ਇੱਥੇ ਵੱਖਰੀ ਡਿਬੇਟ ਹੋਣੀ ਹੈ ਜਾਂ ਹੁੰਦੀਆਂ ਰਹਿਣਗੀਆਂ, ਔਰ ਇਹ ਵੀ ਦੇਖਣਾ ਹੋਊਗਾ ਕਿ ਅੱਗੇ ਜਾ ਕੇ ਕੀ ਹੁੰਦਾ। ਮੈਨੂੰ ਅੱਜ ਵਾਲੇ ਨਜ਼ਰੀਏ ਤੋਂ ਦੱਸਿਓ ਪਹਿਲਾਂ। ਜਿਹੜਾ ਭਗਵੰਤ ਮਾਨ ਉਹਨਾਂ ਦੇ ਚਿਹਰੇ ਤੇ ਨੂਰ ਹੈ ਨਾ, ਉਹ ਖਾਸ ਕਰਕੇ 3-4-5 ਦਿਨਾਂ ਤੋਂ ਉਹ ਵਾਕਈ ਦੇਖਦੇ ਹੀ ਬਣਦਾ ਹੈ। ਔਰ ਜਿਹੜੇ ਉਹ ਭਾਸ਼ਣ ਦਿੰਦੇ ਨੇ ਆਪਣੀ ਰੈਲੀਆਂ ਦੇ ਵਿੱਚ, ਮੈਨੂੰ ਲੱਗਦਾ ਹੈ ਕਿ ਉਸ ਦੌਰਾਨ ਤਕਰੀਬਨ ਪੰਜਾਬ ਦੇ ਕਈ ਵੱਡੇ ਲੀਡਰ, ਮੁੱਖ ਮੰਤਰੀ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਇੱਦਾਂ ਦੇ ਕਈ ਭਾਸ਼ਣ ਦੇ ਰਹੇ ਹੁੰਦੇ ਨੇ, ਸੁਖਬੀਰ ਬਾਦਲ ਵੀ ਦੇ ਰਹੇ ਹੁੰਦੇ ਨੇ। ਔਰ ਤਕਰੀਬਨ ਕਈ ਵਾਰ ਤਾਂ ਇੱਦਾਂ ਹੋਇਆ ਵੀ 4 ਦੇ ਭਾਸ਼ਣ ਸਾਈਮਲਟੇਨੀਅਸਲੀ ਚੱਲ ਰਹੇ ਹੁੰਦੇ ਨੇ। ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪ੍ਰੈਸਿਵ ਜਿਹੜਾ ਭਾਸ਼ਣ ਲੱਗਦਾ ਉਹ ਭਗਵੰਤ ਮਾਨ ਦਾ ਲੱਗਦਾ ਹੈ। ਮੈਂ ਐਜ਼ ਏ ਵੋਟਰ ਇਹ ਗੱਲ ਕਹਿ ਰਿਹਾ ਕਿ ਭਗਵੰਤ ਮਾਨ ਉਹਨਾਂ ਦਾ ਭਾਸ਼ਣ ਸਭ ਤੋਂ ਜ਼ਿਆਦਾ ਇੰਪ੍ਰੈਸਿਵ ਹੁੰਦਾ ਹੈ। ਔਰ ਜਿਹੜੀ ਗੱਲ ਨੂੰ ਉਹ ਕਰਦੇ ਨੇ, ਜਿੱਦਾਂ ਅੱਜ ਵੀ ਉਹਨਾਂ ਨੇ ਇੱਕ ਗੱਲ ਕੀਤੀ ਕਿ ਵੀ ਈਡੀ ਸਾਡੇ ਘਰ ਵੱਲ ਮੂੰਹ ਨਹੀਂ ਕਰਦੀ, ਉਹਦਾ ਕਾਰਨ ਹੈ ਕਿ ਆਪਾਂ ਰੁਪਈਏ ਦੀ ਚਾਹ ਤੱਕ ਨਹੀਂ ਪੀਤੀ। ਜਿਹੜਾ MP ਦਾ ਫੰਡ ਹੁੰਦਾ ਹੈ ਜਾਂ ਹੋਰ ਫੰਡ ਹੁੰਦੇ ਆ, ਸਰਕਾਰੀ ਫੰਡ ਹੁੰਦੇ ਆ, ਦੂਜੇ ਪਾਸੇ ਜਿਹੜੀ ਵੀ ਚੀਜ਼ਾਂ ਆਪਾਂ ਕਹਿੰਦੇ ਆ ਤੇ ਕਰਾਂਗੇ। ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੱਲ ਅਚਾਨਕ ਹੀ ਪੈਤਰਾ ਬਦਲਦੇ ਹੋਏ ਬੜੀ ਵੱਡੀ ਅਨਾਉਂਸਮੈਂਟਸ ਕਰਤੀ ਮਹਿਲਾਵਾਂ ਵਾਸਤੇ। ਉਸ ਤੋਂ ਬਾਅਦ ਉਹਨਾਂ ਦਾ ਕ੍ਰਿਟਿਸਿਜ਼ਮ ਕੌਣ ਕਰਦੇ ਨੇ? ਉਹਨਾਂ ਦੇ ਆਪ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਜੀ, ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ, ਉਹ ਵੀ ਇਸ ਗੱਲ ਨੂੰ ਕ੍ਰਿਟਿਸਾਈਜ਼ ਕਰਦੇ ਨੇ। ਪਰ ਉਸ ਤੋਂ ਬਾਅਦ ਅੱਜ ਮੁੱਖ ਮੰਤਰੀ ਚੰਨੀ ਹੋਣਾ ਇੱਕ ਰੋਜ਼ਗਾਰ ਦੇ ਗਰੰਟੀ ਦੇ ਕਾਨੂੰਨ ਬਣਾਉਣ ਦੀ ਗੱਲ ਕਰਦੇ ਨੇ। ਕੈਬਨਿਟ ਦੀ ਮੀਟਿੰਗ ਹੁਣ ਥੋੜੇ ਤੋਂ ਅੱਧਾ ਘੰਟਾ ਬਾਅਦ ਸ਼ੁਰੂ ਹੋਏਗੀ। ਉਹਦੇ ਵਿੱਚ ਕਿਹਾ ਜਾਂਦਾ ਹੈ ਵੀ ਏਦਾਂ ਦੀ ਕਾਨੂੰਨ ਨੂੰ ਇੱਕ ਗ੍ਰੀਨ ਸਿਗਨਲ ਮਿਲ ਜਾਏਗਾ ਔਰ ਸ਼ਾਇਦ ਆਰਡੀਨੈਂਸ ਵੀ ਇਸ਼ੂ ਹੋ ਜਾਏ ਜਿਹੜਾ ਰੋਜ਼ਗਾਰ ਦੀ ਗਾਰੰਟੀ ਦੇਗਾ ਯੂਥ ਨੂੰ। ਉਸ ਤੋਂ ਇਲਾਵਾ ਜਿਹੜੇ ਆਈਲੈਟਸ ਵਾਸਤੇ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦਿੱਤੀ ਜਾਏਗੀ। ਬੱਚਿਆਂ ਨੂੰ ਬਾਹਰ ਭੇਜਣ ਦੇ ਵਾਸਤੇ ਸਰਕਾਰ ਇੱਕ ਏਜੰਟ ਦਾ ਕੰਮ ਕਰੇਗੀ। ਹੁਣ ਜਦ ਇਹ ਗੱਲਾਂ ਹੁੰਦੀਆਂ ਤੇ ਕਿਸੇ ਨਾ ਕਿਸੇ ਜਗ੍ਹਾ ਗੱਲ ਇਹ ਆਉਂਦੀ ਹੈ ਵੀ ਸਰਕਾਰਾਂ ਦਾ ਕੰਮ ਤੇ ਹੁੰਦਾ ਹੈ ਆਪਣੇ ਟੈਲੈਂਟ ਨੂੰ, ਆਪਣੇ ਬੱਚਿਆਂ ਨੂੰ ਆਪਣੇ ਸੂਬੇ ਦੇ ਵਿੱਚ ਰੋਕ ਕੇ ਰੱਖਣਾ। ਜੇ ਸਰਕਾਰਾਂ ਹੀ ਏਜੰਟਾਂ ਦਾ ਰੋਲ ਕਰਨ ਲੱਗ ਗਈਆਂ ਤੇ ਮੈਨੂੰ ਇਹ ਲੱਗਦਾ ਹੈ ਕਿ ਵੀ ਆਪਣੇ ਪੰਜਾਬ ਦੇ ਯੂਥ ਨੂੰ, ਆਪਣੇ ਪੰਜਾਬ ਦੇ ਬੱਚਿਆਂ ਨੂੰ ਸਾਂਭਣ ਦੀ ਬਜਾਏ ਜੇ ਅਸੀਂ ਸਰਕਾਰ ਵਜੋਂ ਹੀ ਉਹਨਾਂ ਨੂੰ ਬਾਹਰ ਦੇ ਜਹਾਜ਼ ਵਿੱਚ ਚੜਾਉਣ ਦੀ ਗੱਲ ਕਰ ਰਹੇ ਹਾਂ ਤੇ ਇਹ ਕੋਈ ਸਿਆਣੀ ਗੱਲ ਲੱਗਦੀ ਤੇ ਨਹੀਂ। ਪਰ ਚਲੋ ਮੁੱਖ ਮੰਤਰੀ ਸਾਹਿਬ ਹੈਗੇ ਨੇ, ਐਲਾਨ ਬੜੇ ਕਰਦੇ ਨੇ। ਉਸ ਐਲਾਨਾਂ ਦੇ ਵਿੱਚੋਂ ਉਹਨਾਂ ਨੇ ਕੁਝ ਏਦਾਂ ਦਾ ਐਲਾਨ ਵੀ ਕਰਤਾ ਔਰ ਇਸ ਤੋਂ ਸ਼ਾਇਦ ਬੱਚੇ ਕੁਝ ਖੁਸ਼ ਵੀ ਹੋਣ। ਪਰ ਜਿਹੜੀ ਇਹ ਗੱਲਾਂ ਚੱਲਦੀ ਹੈ, ਹੁਣ ਭਗਵੰਤ ਮਾਨ ਦੀ ਗੱਲ ਕਰੀਏ, 8 ਤਰੀਕ ਦੀ ਗੱਲ ਬੜੇ ਟਾਈਮ ਤੋਂ ਚੱਲਦੀ ਸੀਗੀ, 10 ਤਰੀਕ ਦੀ ਵੀ ਗੱਲ ਆਈ ਸੀ। ਪਰ ਇਹ ਗੱਲ ਹੁਣ ਹੌਲੇ ਕਰਕੇ ਸਾਫ਼ ਹੋ ਰਹੀ ਹੈ। ਉਹਨਾਂ ਦੀ ਰਾਹ ਦੇ ਵਿੱਚ ਲਾਸਟ ਅੜਚਨ ਹੈਗੇ ਨੇ ਰਾਜੇਵਾਲ ਹੋਣਾ।
ਰਾਜੇਵਾਲ ਉਹਨਾਂ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਚੱਲਦੀ ਹੈ, ਉਹਦੇ ਵਿੱਚ ਸੀਟਾਂ ਦੀ ਘਾਟ ਇੰਨੀ ਕੁ ਹੋ ਗਈ ਰਾਜੇਵਾਲ ਉਹਨਾਂ ਵਾਸਤੇ, ਤੇ ਮੈਨੂੰ ਲੱਗਦਾ ਨਹੀਂ ਕਿ ਉਹ ਚਾਹ ਕੇ ਵੀ ਕੋਈ ਸਮਝੌਤਾ, ਕੋਈ ਅਲਾਇੰਸ ਹੁਣ ਆਮ ਆਦਮੀ ਪਾਰਟੀ ਨਾਲ ਕਰ ਸਕਦੇ ਨੇ। ਕੱਲ ਵੀ ਮੀਟਿੰਗ ਇੱਕ ਰਾਜੇਵਾਲ ਦੇ ਗਰੁੱਪ ਦੀ ਇੱਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਹੋਈ, ਉਹਦੇ ਵਿੱਚ 22 ਸੀਟਾਂ ਦੀ ਮੰਗ ਵੀ ਹੋ ਗਈ ਸੀ। ਪਹਿਲੇ 60 ਸੀਟਾਂ ਦੀ ਮੰਗ ਦੀ ਗੱਲ ਕੀਤੀ ਜਾਂਦੀ ਸੀ, ਕੱਲ ਕਹਿੰਦੇ 22 ਸੀਟਾਂ ਦੇ ਉੱਤੇ ਵੀ ਗੱਲ ਬਣਨੀ ਸੀਗੀ, ਪਰ ਆਮ ਆਦਮੀ ਪਾਰਟੀ ਨੇ ਸਾਫ਼ ਤੌਰ ਤੇ ਕਹਿ ਦਿੱਤਾ ਵੀ ਅਸੀਂ 15 ਸੀਟਾਂ ਤੁਹਾਨੂੰ ਦੇ ਸਕਦੇ ਹਾਂ, ਜੇ ਤੁਸੀਂ ਮੰਨੋ ਤਾਂ ਠੀਕ ਹੈ। ਔਰ ਗੱਲ ਇਹ ਵੀ ਲੱਗਦੀ ਸੀ ਵੀ ਅੱਗੇ ਤੁਰ ਪਏਗੀ, ਪਰ ਭਗਵੰਤ ਮਾਨ ਦਾ ਅਚਾਨਕ ਇਸ ਤਰ੍ਹਾਂ ਦੇ ਸੂਤਰਾਂ ਦਾ ਬਾਹਰ ਨਿਕਲ ਕੇ ਆਣਾ ਕਿ ਹੁਣ ਭਗਵੰਤ ਮਾਨ ਨੂੰ ਬੜੀ ਛੇਤੀ ਘੋੜੀ ਚੜਾਇਆ ਜਾ ਸਕਦਾ ਹੈ, ਇਹਨੂੰ ਆਪਾਂ ਇੱਕ ਪ੍ਰੈਸ਼ਰ ਟੈਕਟਿਕ ਵਜੋਂ ਵੀ ਦੇਖ ਸਕਦੇ ਹਾਂ ਕਿ ਰਾਜੇਵਾਲ ਉਹਨਾਂ ਵਾਸਤੇ ਕੋਈ ਪ੍ਰੈਸ਼ਰ ਵੀ ਬਣਾਇਆ ਜਾ ਸਕਦਾ ਵੀ ਜੋ ਫੈਸਲਾ ਕਰਨਾ ਛੇਤੀ ਕਰੋ, ਨਹੀਂ ਤੇ ਆਪਾਂ ਆਪਣੇ ਬੰਦੇ ਨੂੰ ਘੋੜੀ ਚੜਾਉਣ ਲੱਗੇ ਨੇ। ਤੇ ਚਲੋ ਹੁਣ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਕੀਤੇ ਜਾ ਸਕਦੇ ਆ, ਇਸ ਗੱਲ ਦੀ ਇਨਫੋਰਮੇਸ਼ਨ ਸਾਨੂੰ ਪੱਕੀ ਮਿਲੀ ਹੋਈ ਸੀ, ਹੁਣ ਵੀ ਮਿਲ ਰਹੀ ਹੈ, ਪਰ ਇਹਦੇ ਵਿੱਚ ਰਾਜੇਵਾਲ ਉਹਨਾਂ ਨੇ ਆ ਕੇ ਥੋੜਾ ਰੰਗ 'ਚ ਭੰਗ ਜ਼ਰੂਰ ਘੋਲੇ ਸੀਗੇ, ਪਰ ਉਹ ਹੁਣ ਰੰਗ 'ਚ ਭੰਗ ਘੁਲੇ ਰਹਿੰਦੇ ਨੇ। ਰਾਜੇਵਾਲ ਵਿੱਚ ਆ ਕੇ ਭਗਵੰਤ ਮਾਨ ਨੂੰ ਘੋੜੀ ਚੜੋਂ ਰੋਕ ਸਕਦੇ ਨੇ ਜਾਂ ਕੋਈ ਹੋਰ ਆਪ ਨੂੰ ਘੋੜੀ ਚੜਾ ਸਕਦੇ ਨੇ। ਇਹ ਵੀ ਗੱਲਾਂ ਹਜੇ ਬੜੀ ਦਿਲਚਸਪ ਹੋਣਗੀਆਂ, ਪਰ ਫਿਲਹਾਲ ਹਜੇ ਤੱਕ ਦੇ ਸੂਤਰ ਇਹ ਕਹਿੰਦੇ ਨੇ ਕਿ ਭਗਵੰਤ ਮਾਨ ਨੂੰ ਬੜੀ ਛੇਤੀ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਆਮ ਆਦਮੀ ਪਾਰਟੀ ਕਰਨ ਵਾਲੀ। ਭਾਸਕਰ ਸਾਹਿਬ ਬਹੁਤ ਮਿਹਰਬਾਨੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਵੈਸੇ ਕਿ ਰਾਜੇਵਾਲ ਦੇ ਉੱਪਰ ਪ੍ਰੈਸ਼ਰ ਵਧਾਉਣ ਲਈ ਕਿ ਅਸੀਂ ਤਾਂ ਲੱਗੇ ਜੇ ਆਪਣਾ ਫਾਈਨਲ ਕਰ ਦੇਣਾ, ਕਿਉਂਕਿ ਜੇ ਅਨਾਉਂਸਮੈਂਟ ਭਗਵੰਤ ਮਾਨ ਦੀ ਹੋ ਜਾਂਦੀ ਹੈ ਤਾਂ ਫਿਰ ਰਾਜੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਕੀ ਕਰਨਗੇ ਤੁਹਾਨੂੰ ਵੀ ਪਤਾ ਹੈ, ਉਹ ਕੋਈ ਬਹੁਤ ਜ਼ਿਆਦਾ ਗੱਲ ਅੱਗੇ ਵਧਣੀ ਨਹੀਂ। ਤੇ ਜੇ ਰਾਜੇਵਾਲ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਤਾਂ ਭਗਵੰਤ ਮਾਨ ਉਹਨਾਂ ਦੇ ਡਿਪਟੀ ਹੋ ਸਕਦੇ ਸੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਕਹਿੰਦੇ ਮੁੱਢਲੇ ਦੌਰ 'ਚ ਗੱਲਬਾਤ ਚੱਲੀ ਵੀ ਸੀ, ਭਗਵੰਤ ਮਾਨ ਨੂੰ ਵੀ ਕੋਈ ਬਹੁਤੇ ਇਤਰਾਜ਼ ਸੀਗੇ ਨਹੀਂ, ਲੇਕਿਨ ਕਿਉਂਕਿ ਰਾਜੇਵਾਲ ਜ਼ਿਆਦਾ ਸੀਟਾਂ ਤੇ ਜਾਂ ਆਪਣੀ ਮਨਭਾਉਂਦੀਆਂ ਸੀਟਾਂ ਤੇ ਅੜਨਾ ਚਾਹੁੰਦੇ ਆ ਤੇ ਕੇਜਰੀਵਾਲ ਤੁਹਾਨੂੰ ਪਤਾ ਬਹੁਤੀਆਂ ਸ਼ਰਤਾਂ ਮੰਨਦੇ ਨਹੀਂ ਹੁੰਦੇ, ਗੱਲ ਅਜੇ ਫਸੀ ਆ, ਟੁੱਟੀ ਨਹੀਂ, ਟੁੱਟਣ ਦੀ ਕਗਾਰ ਤੇ ਆ। ਵੇਖਣਾ ਹੋਊਗਾ ਕਿ ਅਗਲੇ 24 ਘੰਟਿਆਂ 'ਚ ਭਗਵੰਤ ਦਾ ਨਾਂ ਬਾਹਰ ਆਉਂਦਾ ਹੈ ਜਾਂ ਤੁਹਾਡੇ ਕਹਿਣ ਅਨੁਸਾਰ 2 ਦਿਨ ਹੋਰ ਰੋਕ ਲਿਆ ਜਾਂਦਾ, ਕਿਉਂਕਿ ਕੱਲ ਤੇ ਘਟਨਾਕ੍ਰਮ ਅਹਿਮ ਨੇ ਕਿ ਮੋਦੀ ਸਾਹਿਬ ਦੀ ਰੈਲੀ ਤੇ ਮਜੀਠੀਆ ਵਾਲੇ ਮਾਮਲੇ ਇਹ ਵੀ ਦੇਖ ਲਏ ਜਾਣਗੇ ਕਿ ਹੁਣ ਲੜਾਈ ਕਿਸ ਪੱਧਰ ਤੇ ਲੜੀ ਜਾਣੀ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।